ਕਿਨ ਚਲੀਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ BBS ਇਮੀਗ੍ਰੇਸ਼ਨ ਮੋਗਾ। BBS ਇਮੀਗ੍ਰੇਸ਼ਨ ਆ ਯੂਨਿਟ ਆਫ BBS ਗਰੁੱਪ। BBS ਜੋ ਕਿ ਆਪਣੇ ਆਪ ਵਿੱਚ ਇੱਕ ਬ੍ਰਾਂਡ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ BBS ਮੋਗਾ ਦੇ ਇਲਾਕੇ 'ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਆਇਲਸ ਤੇ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਦੇਣ ਤੋਂ ਪਹਿਲਾਂ ਬਲੂਮਿੰਗ ਵਰਡਸ ਨਾਮ ਤੇ 3 ਸਕੂਲ ਇਸ ਅਦਾਰੇ ਵੱਲੋਂ ਚਲਾਏ ਜਾ ਰਹੇ ਨੇ, ਜਿੱਥੋਂ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਪੜ੍ਹ ਕੇ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ 'ਚ ਵੀ ਨਾਮ ਖੱਟ ਰਹੇ ਨੇ। ਲਗਭਗ ਪਿਛਲੇ 10 ਸਾਲਾਂ ਤੋਂ BBS ਇਮੀਗ੍ਰੇਸ਼ਨ ਮੋਗਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਜੋ ਕਿ ਸ਼ੋਰੂਮ ਨੰਬਰ 289 ਨੀਅਰ OBC ਬੈਂਕ, ਅਕਾਲਸਰ ਚੌਂਕ, ਲੁਧਿਆਣਾ ਰੋਡ, ਮੋਗਾ ਵਿਖੇ ਹੈ। ਇਸ ਇੰਸਟੀਚਿਊਟ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ, ਜੋ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ਵਿੱਚ ਗੁਜ਼ਾਰਿਆ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਹਮੇਸ਼ਾ ਹੀ ਪ੍ਰਯਾਸਰਤ ਰਹਿੰਦੇ ਨੇ। BBS ਇਮੀਗ੍ਰੇਸ਼ਨ ਸਰਵਿਸਿਜ਼ ਵਿਖੇ PTE, IELTS, ਸਪੋਕਨ ਇੰਗਲਿਸ਼ ਦੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਸਟੱਡੀ ਵੀਜ਼ਾ, ਵਰਕ ਪਰਮਿਟ ਤੇ ਨਾਲ 에ਅਰ ਟਿਕਟਿੰਗ ਦੀਆਂ ਸੁਵਿਧਾਵਾਂ ਵੀ ਉਪਲਬਧ ਨੇ। ਜੇਕਰ ਤੁਸੀਂ ਵੀ ਬਾਹਰ ਜਾਣ ਦੇ ਚਾਹਵਾਨ ਹੋ ਤਾਂ BBS ਇਮੀਗ੍ਰੇਸ਼ਨ ਸਰਵਿਸਿਜ਼ ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਟੀਮ ਨੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸਾਡੀ ਟੀਮ ਨੇ ਇੱਥੋਂ ਦੇ ਹੈੱਡ ਮੈਡਮ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ BBS ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਨੇ BBS ਇਮੀਗ੍ਰੇਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨਾਲ ਵੀ ਗੱਲਬਾਤ ਕੀਤੀ, जिन्होंने ने सानू BBS इमिग्रेशन बारे विस्तृत जानकारी दी। बट हाउ फीलिंग, कैसा आपको लग रहा है इधर पढ़ के? बढ़िया लग रहा है एकदम, मतलब भाई अच्छा है, सारा कुछ बहुत अच्छे से हो जाता है, सारा कुछ टाइमिंग मैनेजमेंट वगैरह सारा कुछ हो जाता है। क्या सोचते हो कि इत्थों ही इन्होंने अपनी पहला स्कूलिंग शुरू की थी, इत्थों ही नाल आइलैट्स का हो गया, नाल इमीग्रेशन की एक छत के थले बच्चा जो आ जाए इन्हों के BBS के कैंपस के तो उस बाद प्रोफैशनल होकर निकलता है। और प्रोफैशनल भी जिदा पहले इंग्लिश स्पीकिंग की गल कर ली, स्टार्टिंग तो ही काफ़ी वधिया इन्हों का जोड़ा है फ्लो बना देंगे। और उस तो बाद तुहानूं कोई ज़्यादा डिफिकल्ट नहीं लगती आइलैट्स, तुहानूं बड़ा सिंपल जिहा लगता आइलैट्स भी? हाँ जी, ये तो है जो स्कूलिंग वगैरह यानी कि इत्थों इंस्टीट्यूट तो वगैरह हुई होवे जां CBSE बोर्ड्स वगैरह तो हुई होवे तां कोई भी इदां दा डिफिकल्टी वगैरह आउंदी नहीं ज़्यादा। ਤਾਂ ਇਹਦੇ ਵਿੱਚ ਬਾਕੀ ਬੱਚਿਆਂ ਦਾ ਵੀ ਥੋੜ੍ਹਾ ਜਿਹਾ ਹੁੰਦਾ ਕਿ ਹਾਂ ਉਹ ਆਪ ਮਿਹਨਤ ਕਰਦੇ ਆ, ਹੋਰ ਹੈ ਨਾ ਵੀ ਹਾਰਡ ਵਰਕ ਕਰਦੇ ਆ, ਤਾਂ ਉਹਨਾਂ ਦਾ ਛੇਤੀ ਹੋ ਜਾਂਦਾ ਵੀ ਚਲੋ ਟਾਈਮਿੰਗ ਮੈਨੇਜਮੈਂਟ ਹੋ ਗਿਆ ਜਾਂ ਯਾਨੀ ਕਿ ਰੀਡਿੰਗ ਵਗੈਰਾ ਸਾਰਾ ਕੁਝ ਹੋ ਜਾਂਦਾ ਵਧੀਆ। ਔਰ ਟੀਚਰਸ ਕੈਸੇ ਨੇ ਤੁਹਾਡੇ ਕੋਲ, ਕਿ ਇਕੱਲਾ ਪੜ੍ਹਾਉਂਦੇ ਆ ਕਿ ਨਾਲ ਪਰਸਨੈਲਿਟੀ ਡਿਵੈਲਪਮੈਂਟ ਵੀ, ਬੋਡੀ ਲੈਂਗੁਏਜ ਜਦੋਂ ਤੁਹਾਡੇ ਚੇਂਜ ਹੋ ਜਾਂਦੀ ਆ? और जिदा अज मॉक टैसट हो रहा है, एक एक्सीडेंटल मॉक टैसट बहुत लेंदे ये इंस्टीट्यूशन वाले, एकदम मॉक टैसट का पता नहीं होंगे कदों लैना, उदों भी लै लेंदे है कि एज एक्सपीरियंस वधिया लगदे आ? हाँ जी ਇਹੋ ਜਿਹੇ ਐਕਸਪੀਰੀਅੰਸ ਵਧੀਆ ਲੱਗਦੇ, ਕਿਉਂਕਿ ਇਹਦੇ ਨਾਲ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਵੀ ਹਾਂ ਉਹ ਕਿੰਨਾ ਕਾ ਯਾਨੀ ਕਿ ਕਿੰਨੇ ਕੁ ਪਾਣੀ 'ਚ ਹੈਗਾ ਜਾਂ ਕਿੰਨਾ ਕਾ ਸਟੈਂਡ ਕਰਦਾ, ਕਿੱਥੇ ਕਿ ਉਹਦੀ ਪਰਸਨੈਲਿਟੀ ਵਗੈਰਾ ਦਾ ਪਤਾ ਲੱਗ ਜਾਂਦਾ ਕਿ ਹਾਂ ਇੱਥੋਂ ਦੇ ਟੀਚਰਸ ਵਗੈਰਾ ਸਾਰੇ ਵਧੀਆ ਨੇ, ਉਹ ਸਾਰਾ ਕੁਝ ਦੱਸ ਦਿੰਦੇ। ਯਾਨੀ ਕਿ ਜਦੋਂ ਕਲਾਸ ਦੇ ਵਿੱਚ ਹੁੰਦੇ ਆ ਤਾਂ ਸਾਰਾ ਸਿਟਿੰਗ ਪਲਾਨਸ ਵਗੈਰਾ ਜਾਂ ਹੈ ਨਾ ਜੋ ਰੀਡਿੰਗ ਜਾਂ ਕੁਝ ਵੀ ਪੁੱਛਣਾ ਉਹ ਵਧੀਆ ਤਰੀਕੇ ਨਾਲ ਦੱਸ ਦਿੰਦੇ। ਔਰ ਜਦੋਂ ਤੁਸੀਂ ਦੇਖਦੇ ਕਿ ਆਈਲੈਟਸ ਦੇ ਬੈਂਡ ਜਿਹੜੇ ਹੈਗੇ ਤੁਹਾਡੇ BBS ਸਾਲਾਂ ਦੇ ਕਾਫੀ ਬੈਂਡ ਆਉਂਦੇ ਤੇ ਆਪਦਾ ਵੀ ਫਿਰ ਬਾਹਾਂ 'ਚ ਤਾਕਤ ਜੀ ਆਉਂਦੀ ਹੈ ਵੀ ਅਸੀਂ ਵੀ ਪੂਰੇ ਵਧੀਆ ਬੈਂਡ ਲੈ ਕੇ ਜਾਵਾਂਗੇ? ਹਾਂਜੀ, ਹੁਣ ਰੀਸੈਂਟਲੀ ਸਾਡੀ ਇੰਸਟੀਟਿਊਟ ਦੇ ਬੱਚੇ ਸੀਗੇ ਜਿਹੜੇ ਉਹਨਾਂ ਦੇ 7.5 ਬੈਂਡ ਆਏ ਆ, ਅਤੇ ਹੁਣ ਉਹਨਾਂ ਨੂੰ ਦੇਖ ਕੇ ਆਪ ਨੂੰ ਵੀ ਇੱਦਾਂ ਕੌਨਫੀਡੈਂਸ ਹੁੰਦਾ ਕਿ ਹਾਂ ਯਾਰ ਬਈ ਮੈਂ ਵੀ ਆਹ ਚੀਜ਼ ਕਰਾਂ ਅਤੇ ਮੈਂ ਇਹਨਾਂ ਨਾਲੋਂ ਵੱਧ ਵੀ ਲੈ ਸਕਦਾ, ਇਹਨਾਂ ਦੇ ਸੇਮ ਬਰਾਬਰ ਵੀ ਲੈ ਸਕਦਾ। ਇਹ ਚੀਜ਼ ਹੁੰਦੀ ਹੋਈ ਹੈ ਜੀ, ਕੌਨਫੀਡੈਂਸ ਵਗੈਰਾ ਆਉਂਦਾ ਹੈ ਨਾ ਉਹਨਾਂ ਨੂੰ ਦੇਖ ਕੇ ਵਧੀਆ। ਬੇਟਾ ਕਿੱਦਾਂ ਲੱਗਦਾ ਤੁਹਾਨੂੰ ਇਸ BBS ਦੇ ਵਿੱਚ ਪੜ੍ਹ ਕੇ, ਔਰ ਕੀ ਕਹਿਣਾ ਚਾਹੋਗੇ? ਸਰ ਐਕਸੀਲੈਂਟ ਵੇ ਆ ਟੀਚਰਸ ਦਾ ਪੜ੍ਹਾਉਣ ਦਾ, ਜਿੱਥੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਉਹ ਪੁੱਛਦੇ ਆ ਵੀ ਸਾਨੂੰ ਦੱਸੋ ਤੁਹਾਨੂੰ ਕੀ ਨਹੀਂ ਸਮਝ ਆਉਂਦਾ, ਅਤੇ ਬਾਕੀ ਉਹ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਵੀ ਬਹੁਤ ਹੈਲਪ ਕਰਦੇ। ਔਰ ਜਿਸ ਤਰੀਕੇ ਨਾਲ ਤੁਹਾਡੇ ਡਾਇਰੈਕਟਰ ਜਿਹੜੇ ਹੈਗੇ ਨੇ ਸੈਣੀ ਸਾਹਿਬ, ਉਹ ਖੁਦ ਹਮੇਸ਼ਾ ਇੰਟਰਵਿਊ ਕਰਦੇ ਰਹਿੰਦੇ ਨੇ ਔਰ ਉਹਨਾਂ ਨੂੰ ਵੀ ਕੋਈ ਮਰਜ਼ੀ ਜਦੋਂ ਮਰਜ਼ੀ ਮਿਲ ਸਕਦਾ ਹੈਗਾ, ਔਰ ਹਮੇਸ਼ਾ ਪੁੱਛਦੇ ਰਹਿੰਦੇ ਨੇ। ਪੇਰੈਂਟਸ ਬੜੇ ਖੁਸ਼ ਨੇ, ਸਿਕਿਉਰਿਟੀ ਦਾ ਬੜਾ ਵਧੀਆ ਅਰੇਂਜਮੈਂਟ ਹੈਗਾ, ਔਰ ਹਰ ਪਾਸੇ ਮਤਲਬ ਜਿਹੜਾ ਹੈਗਾ BBS ਦਾ ਜਦੋਂ ਬੰਦਾ ਇੱਕ ਵਾਰੀ ਆ ਜਾਂਦਾ ਤਾਂ ਉਹਨੂੰ ਲੱਗਦਾ ਕਿ ਮੈਂ ਕੋਈ ਨਾ ਕੋਈ ਬਣ ਕੇ ਜਾਊਂ। ਯੈਸ, ਹਾਂਜੀ, ਅਫਕੋਰਸ ਇੱਥੇ ਬੱਚੇ ਆਉਂਦੇ ਆ, ਹੁਣੇ ਰੀਸੈਂਟਲੀ ਬੱਚਿਆਂ ਨੇ ਇੰਨੇ ਜ਼ਿਆਦਾ ਬੈਂਡ ਲਏ ਆ ਅਤੇ ਦੂਸਰੇ ਵੀ ਮੋਟੀਵੇਟ ਹੁੰਦੇ ਆ ਵੀ ਅਸੀਂ ਵੀ ਲਈਏ, ਐਜ਼ ਵੈਲ ਐਜ਼ ਤੇ ਇਨਫਰਾਸਟਰਕਚਰ ਵੀ ਬਹੁਤ ਵਧੀਆ ਆ ਗਿਆ, ਵਾਟਰ ਫੈਸਿਲਿਟੀ ਹੋਰ ਵੀ ਬਹੁਤ।
ਔਰ ਇੰਗਲਿਸ਼ ਸਪੀਕਿੰਗ ਦਾ ਕਿੱਦਾਂ ਪਹਿਲਾਂ ਜਿੱਦਾਂ ਤੁਹਾਨੂੰ ਡਰ ਜਿਹਾ ਲੱਗਦਾ ਸੀ ਇੰਗਲਿਸ਼ ਤੋਂ, ਹੁਣ ਥੋੜ੍ਹਾ ਜਿਹਾ ਧੀਰੇ ਧੀਰੇ ਆ ਕੇ ਫੈਮਿਲੀ ਜਿੱਦਾਂ ਹੋ ਰਹੇ ਹੋ, ਔਰ ਟੀਚਰ ਜਿੱਦਾਂ ਇੰਗਲਿਸ਼ ਦੇ ਲਈ ਤੁਹਾਨੂੰ WhatsApp ਗਰੁੱਪ ਬਣੇ ਹੋਏ ਨੇ, ਕਹਿੰਦੇ ਸ਼ੀਸ਼ੇ ਮੂਹਰੇ ਖੜ ਕੇ ਤੁਸੀਂ ਬੋਲਣਾ ਹੈਗਾ, ਹੌਲੀ ਹੌਲੀ ਬੋਲ ਕੇ ਹੁਣ ਥੋੜ੍ਹਾ ਜਾਣ ਜੀ ਆ ਗਈ ਵੀ ਇੰਗਲਿਸ਼ ਬੋਲਾਂਗੇ? ਹਾਂਜੀ ਸਰ, ਪਹਿਲਾਂ ਥੋੜ੍ਹਾ ਜਿਹਾ ਡਰ ਲੱਗਦਾ ਸੀ, ਹੁਣ ਨਹੀਂ ਲੱਗਦਾ। ਹੁਣ ਸਾਡਾ ਇੰਸਟੀਟਿਊਟ ਫ੍ਰੀ ਇੰਗਲਿਸ਼ ਕਲਾਸਿਸ ਵੀ ਪ੍ਰੋਵਾਈਡ ਕਰਦਾ ਐਕਸਟਰਾ, ਸੋ ਜਿਹਨੇ ਲਗਾਉਣੀ ਹੁੰਦੀ ਉਹ ਲਗਾ ਲੈਂਦਾ। ਤੁਸੀਂ ਲਗਾ ਰਹੇ ਹੋ? ਯੈਸ, ਹਾਂਜੀ ਸਰ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ BBS ਦੇ ਵਿੱਚ ਪੜ੍ਹ ਕੇ? ਬਹੁਤ ਵਧੀਆ ਲੱਗਦਾ ਸਰ ਮੈਨੂੰ ਇੱਥੇ ਪੜ੍ਹ ਕੇ। ਪਹਿਲਾਂ ਮੈਂ ਜਿਹੜੇ ਇੰਸਟੀਟਿਊਟ ਕੀਤਾ ਸੀ ਉੱਥੇ ਮੈਨੂੰ ਨਹੀਂ ਵਧੀਆ ਲੱਗਿਆ ਸੀ, ਹੁਣ ਇੱਥੇ ਆ ਕੇ ਮੇਰੇ ਬੈਂਡ ਸਕੋਰ ਵੀ, ਸਪੀਕਿੰਗ 'ਚ ਵੀ ਇੰਪਰੂਵਮੈਂਟ ਆਈ ਹੈ ਐਂਡ ਰਾਈਟਿੰਗ 'ਚ ਵੀ ਇੰਪਰੂਵਮੈਂਟ ਆਈ ਹੈ, ਬਾਕੀ ਮੋਡਿਊਲ 'ਚ ਵੀ ਇੰਪਰੂਵਮੈਂਟ ਹੈ ਸਰ। ਔਰ ਤੁਹਾਨੂੰ ਲੱਗਦਾ ਕਿ ਇੱਥੇ ਜਿੱਦਾਂ ਇਮੀਗ੍ਰੇਸ਼ਨ ਦੀ ਸਰਵਿਸਿਜ਼ ਵੀ ਨਾਲ ਇਹ ਪ੍ਰੋਵਾਈਡ ਕਰ ਰਹੇ ਨੇ, ਤੇ ਹੁਣੇ ਤੋਂ ਜਿੱਦਾਂ ਅੱਜ ਮੌਕ ਟੈਸਟ ਤੁਹਾਡਾ ਅੱਜ ਵੀ ਹੋ ਰਿਹਾ ਔਰ ਐਕਸੀਡੈਂਟਲ ਮੌਕ ਟੈਸਟ ਬਹੁਤ ਜ਼ਿਆਦਾ ਹੁੰਦੇ ਨੇ, ਉਹਦੇ ਨਾਲ ਤੁਹਾਨੂੰ ਲੱਗਦਾ ਕਿ ਇਹ ਸਾਨੂੰ ਨਾਲ ਦੀ ਨਾਲ ਇੰਟਰਵਿਊ 'ਚ ਕਿੱਦਾਂ ਬੈਠਣਾ ਹੈਗਾ, ਕਿੱਦਾਂ ਅਸੀਂ ਲੋਕਾਂ ਦੇ ਨਾਲ ਇੰਟਰੈਕਟ ਕਰਨਾ, ਸਾਰੀ ਚੀਜ਼ ਸਾਨੂੰ ਸਮਝ ਆਉਂਦੀ? ਸਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਇੱਦਾਂ ਰੀਸੈਂਟਲੀ ਸਾਨੂੰ ਪਤਾ ਲੱਗਦਾ ਕਿ ਇਹ ਸਾਡਾ ਮੌਕ ਟੈਸਟ ਉਹਦੇ ਵਿੱਚ ਸਾਨੂੰ ਨੌਲੇਜ ਮਿਲਦੀ ਹੈ ਅਤੇ ਨਾਲੇ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਹਾਂਗੇ ਸਰ। ਐਂਡ ਐਸ ਫਾਰ ਐਸ ਪਰਸਨੈਲਿਟੀ ਡਿਵੈਲਪਮੈਂਟ ਇਜ਼ ਕੰਸਰਨਡ, ਇਹ ਇੰਸਟੀਟਿਊਸ਼ਨ ਨਾਲ ਤੁਹਾਨੂੰ ਉਹ 'ਚ ਵੀ ਮੋਟੀਵੇਟ ਕਰਦੀ ਹੈ, ਬਾਡੀ ਲੈਂਗੁਏਜ ਕਿੱਦਾਂ ਤੁਸੀਂ ਬੈਠਣਾ, ਕਿੱਦਾਂ ਗੱਲਬਾਤ ਕਰਨੀ ਹੈਗੀ ਆ, ਹਰ ਤਰ੍ਹਾਂ ਦੇ ਨਾਲ ਅਸੀਂ ਮਤਲਬ ਉਹ ਪੋਜ਼ਿਟਿਵਿਟੀ ਆ ਰਹੀ ਹੈ? ਹਾਂਜੀ ਸਰ, ਬਹੁਤ ਪੋਜ਼ਿਟਿਵਿਟੀ ਆਉਂਦੀ ਹੈਗੀ ਸਾਨੂੰ, ਜਿੱਦਾਂ ਕਿ ਸਾਡੇ ਹੁਣ ਇੱਥੇ ਇੰਸਟੀਟਿਊਟ 'ਚ ਕਾਫੀ ਬੱਚਿਆਂ ਦੇ ਬੈਂਡ ਸਕੋਰ ਵਧੀਆ ਆਉਂਦੇ ਆ, ਅਸੀਂ ਉਹਨਾਂ ਨੂੰ ਦੇਖ ਕੇ ਆਪਣੇ ਆਪ ਨੂੰ ਵੀ ਡਿਵੈਲਪਮੈਂਟ ਕਰਦੇ ਹਾਂ ਕਿ ਅਸੀਂ ਵੀ ਇਸ ਤੋਂ ਹੋਰ ਵਧੀਆ ਬੈਂਡ ਸਕੋਰ ਲੈਣੇ ਹੈਗੇ ਸਰ। ਬਟ ਹਾਊ ਯੂ ਆਰ ਫੀਲਿੰਗ ਐਟ BBA? ਸਰ ਆਈ ਐਮ ਫੀਲਿੰਗ ਵੈਰੀ ਗੁੱਡ ਐਂਡ ਮੇਰੇ 'ਚ ਕੌਨਫੀਡੈਂਸ ਬੂਸਟ ਹੁੰਦਾ ਜਦੋਂ ਦੀ ਮੈਂ ਇੱਥੇ ਲੱਗੀ ਹਾਂ। ਸਰ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ ਮੈਂ ਜਿੱਥੇ ਪਹਿਲਾਂ ਲੱਗੀ ਸੀਗੀ ਉੱਥੇ ਮੇਰੀ ਇੰਨਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਬਟ ਹੁਣ ਮੈਨੂੰ ਬਹੁਤ ਇੰਪਰੂਵਮੈਂਟ ਆ ਮੇਰੇ ਵਿੱਚ, ਲਾਈਕ ਸਪੀਕਿੰਗ ਵੀ ਬਹੁਤ ਵਧੀਆ ਹੋ ਗਈ ਆ। ਇੱਥੋਂ ਟੀਚਰ ਬਹੁਤ ਵਧੀਆ ਵਾ ਅਤੇ ਉਹ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਅਤੇ ਕੁਛ ਵੀ ਮਤਲਬ ਮਾਈਂਡ 'ਚ ਹੋਵੇ ਅਸੀਂ ਉਹ ਪੁੱਛ ਸਕਦੇ ਹਾਂ ਕਦੋਂ ਵੀ ਮਰਜ਼ੀ। ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ BBS ਇੰਸਟੀਟਿਊਸ਼ਨ ਦੇ ਇੱਥੋਂ ਦੇ ਹੈੱਡ ਮੈਡਮ ਦੇ ਨਾਲ। ਮੈਡਮ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ। ਮੈਡਮ ਜਿਸ ਤਰੀਕੇ ਦੇ ਨਾਲ ਅੱਜ ਬੱਚੇ ਜਿਹੜੇ ਹੈਗੇ ਆ ਬਾਹਰ ਜਾ ਰਹੇ ਨੇ ਔਰ ਉਹਨਾਂ ਨੂੰ ਨੈਟਵਰਕ ਜਿਹੜਾ ਇੱਕ ਬਿਜ਼ਨਸ ਬਣਿਆ ਹੋਇਆ ਹੈਗਾ ਅੱਜ ਕੱਲ੍ਹ ਆਈਲੈਟਸ ਦਾ, ਔਰ ਹਰੇਕ ਬੰਦਾ ਚਾਹੇ ਉਹ ਕੋਈ ਸ਼ਾਪ ਖੋਲੀ ਬੈਠਾ ਉਹਨੂੰ ਵੀ ਲੱਗਦਾ ਵੀ ਇਹ 'ਚ ਪੈਸੇ ਜ਼ਿਆਦਾ ਬਚਦੇ ਆ, ਅਸੀਂ ਵੀ ਖੋਲ ਲਈਏ। ਲੇਕਿਨ BBS ਇੱਕ ਐਸਾ ਨਾਮ ਜਿਨ੍ਹਾਂ ਨੇ ਵਿੱਦਿਆ ਦੇ ਖੇਤਰ 'ਚ ਹੀ ਪਹਿਲਾਂ ਕੰਮ ਕੀਤਾ ਔਰ ਉਸੇ ਖੇਤਰ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਇਹ ਇੰਸਟੀਟਿਊਸ਼ਨਸ ਜਿਹੜੀਆਂ ਖੋਲ੍ਹੀਆਂ, ਔਰ ਜਿਸ ਦਿਨ ਤੋਂ ਖੋਲ੍ਹੀਆਂ ਉਸ ਦਿਨ ਤੋਂ ਹੀ ਹੁਣ ਰਿਜ਼ਲਟ ਓਰੀਐਂਟਡ ਹੈਗੀਆਂ ਔਰ ਬਹੁਤ ਵਧੀਆ ਰਿਜ਼ਲਟਸ ਆ ਰਹੇ ਆ। ਜਿੱਦਾਂ ਅਸੀਂ ਉਹਨੇ ਬੱਚਿਆਂ ਨਾਲ ਗੱਲ ਕਰਕੇ 7.5 ਬੈਂਡ ਔਰ ਜਿਹੜੇ ਹੈਗੇ ਆ ਉਹਨਾਂ ਦੇ ਲੱਗੇ, ਔਰ ਤੁਹਾਡੇ ਜਿਹੜੇ ਕੈਨੇਡਾ ਦੇ ਵੀਜ਼ੇ ਵੀ ਆ ਰਹੇ ਆ, ਕੀ ਕਹਿਣਾ ਚਾਹੋਗੇ? ਯੈਸ ਸਰ, ਬਿਕਾਜ਼ ਇਸ ਸੰਜੀਵ ਸਰ ਦਾ ਇੱਕ ਇਨੀਸ਼ੀਏਟਿਵ ਕਹਿ ਸਕਦੇ ਹਾਂ ਕਿ ਜਿੱਦਾਂ ਸਕੂਲ ਲਾਈਨ ਦੇ ਵਿੱਚ ਅਸੀਂ ਬਹੁਤ ਪਹਿਲਾਂ ਤੋਂ ਹੈਗੇ ਹਾਂ ਔਰ ਆਪਣੇ ਹੀ ਸਟੂਡੈਂਟਸ ਨੂੰ ਐਜ਼ ਵੈਲ ਐਜ਼ ਆਪਣੇ ਨੀਅਰ ਬਾਈ ਏਰੀਆ ਦੇ ਸਟੂਡੈਂਟਸ ਨੂੰ ਇੱਕ ਅੱਛੀ ਸਰਵਿਸ ਮਿਲ ਸਕੇ। ਬਿਕਾਜ਼ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਇਹਦੇ ਵਿੱਚ ਟਰਾਂਸਪੇਰੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮਾਰਕੀਟ ਦੇ ਵਿੱਚ ਨਾਰਮਲੀ ਕੀ ਹੁੰਦਾ ਹੈ ਕਿ ਬੱਚੇ ਨੂੰ ਦੱਸਿਆ ਜਾਂਦਾ ਕੁਛ, ਐਕਚੁਅਲੀ ਹੁੰਦਾ ਕੁਛ ਹੈ, ਬਟ ਟਰਾਂਸਪੇਰੈਂਸੀ ਦੇ ਨਾਲ ਅਗਰ ਬੱਚੇ ਨੂੰ ਉਹਦੀ ਪੂਰੀ ਪ੍ਰੋਫਾਈਲ ਦੇ ਬਾਰੇ ਇੱਕ ਪ੍ਰੋਪਰ ਗਾਈਡਲਾਈਨ ਮਿਲਦੀ ਹੈ ਤਾਂ ਉੱਥੇ ਜਾ ਕੇ ਕਿਤੇ ਨਾ ਕਿਤੇ ਬੱਚੇ ਦਾ ਸੈਟਿਸਫੈਕਸ਼ਨ ਲੈਵਲ ਕਾਫੀ ਹੱਦ ਤੱਕ ਵੱਧ ਜਾਂਦਾ ਹੈ। ਔਰ ਇਸ ਕਰਕੇ ਹੀ ਇਸ ਫੀਲਡ ਦੇ ਵਿੱਚ ਸਰ ਨੇ ਇਸ ਬਾਰੇ ਸੋਚਿਆ ਕਿ ਇਸ ਫੀਲਡ ਦੇ ਵਿੱਚ ਆਪਾਂ ਨੂੰ ਇੱਕ ਆਫਿਸ ਓਪਨ ਕਰਨੀ ਚਾਹੀਦੀ ਹੈ ਜਿੱਥੇ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਆਪਾਂ ਆਪਣੇ ਸ਼ਹਿਰ ਦੇ ਵਿੱਚ ਦੇ ਸਕੀਏ। ਮੈਡਮ ਕੀ ਕਾਰਨ ਹੈ ਕਿ ਰਿਫਿਊਜ਼ਲ ਰੇਟ ਬੜਾ ਘੱਟ ਹੈ ਇੱਥੇ? ਕੀ ਤੁਸੀਂ ਉਹੀ ਫਾਈਲਾਂ ਪਕੜਦੇ ਹੋ ਜਿਹੜੀਆਂ ਫਾਈਲਾਂ ਦੇ ਵਿੱਚ ਤੁਹਾਨੂੰ ਲੱਗਦਾ ਹੁੰਦਾ ਕਿ ਇਹ ਬਿਲਕੁਲ ਸਹੀ ਹੈ, ਸਿੰਟੈਕਲੀ ਤੁਸੀਂ ਹਾਈ ਹੋ? ਕੀ ਕਹਿਣਾ ਚਾਹੋਗੇ ਕਿ ਰਿਫਿਊਜ਼ਲ ਰੇਟ ਬਹੁਤ ਘੱਟ ਹੈ ਇੱਥੇ, ਔਰ ਜਿਹੜੇ ਬੱਚੇ ਆਉਂਦੇ ਨੇ ਉਸ ਮਤਲਬ ਜਿਸ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਤੁਹਾਨੂੰ ਕਾਉਂਸਲ ਕੀਤਾ ਹੋਇਆ ਕਿ ਭਾਈ ਆਪਾਂ ਉਹੀ ਫਾਈਲਾਂ ਲੈਣੀਆਂ, ਬਹੁਤ ਜਿਹੜੇ ਆਪਾਂ ਨੂੰ ਲੱਗੇ ਕਿ ਬਿਲਕੁਲ ਹੀ ਇਹਨਾਂ ਦਾ ਪੋਜ਼ਿਟਿਵਿਟੀ ਹੈਗੀ ਹੈ, ਕੀ ਕਹਿਣਾ ਚਾਹੋਗੇ? ਸਰ ਐਕਚੁਅਲੀ ਦੇਖੋ ਹਰ ਤਰ੍ਹਾਂ ਦੇ ਕੇਸਿਸ ਆਉਂਦੇ ਸਾਡੇ ਕੋਲੇ, ਕਿਸੇ ਬੱਚੇ ਦੇ 1 ਚੋਂ 5.5 ਹੈ, ਕਿਸੇ ਬੱਚੇ ਦੇ 2 ਮੋਡਿਊਲ ਚੋਂ 5.5 ਆਲ ਸਕੋਰ ਰਹਿੰਦਾ ਹੈ। ਅਗਰ ਅਸੀਂ ਸਿਰਫ ਇੱਕ ਨੰਬਰਸ ਲਈ ਨਹੀਂ, ਅਸੀਂ ਕੁਆਲਿਟੀ ਲਈ ਕੰਮ ਕਰ ਰਹੇ ਹਾਂ ਸਰ। ਸੋ ਕੁਆਲਿਟੀ ਜਿਹੜੀ ਹੈ ਮਾਰਕੀਟ 'ਚੋਂ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਕਲਾਇੰਟ ਕੁਆਲਿਟੀ ਲਈ ਆਉਂਦਾ ਹੈ ਸਰ, ਨੰਬਰਸ 'ਤੇ ਮਤਲਬ ਇਹ ਚੀਜ਼ ਸ਼ੁਰੂ ਤੋਂ ਹੀ ਨਹੀਂ ਸਿਖਾਈ ਹੋਈ ਸਰ ਉਹਨਾਂ ਨੇ ਕਿ ਅਸੀਂ ਇੱਕ ਨੰਬਰਸ ਲਈ ਕੰਮ ਕਰੀਏ। ਸੋ ਕੁਆਲਿਟੀ ਨਾਲ ਜੇ ਕੰਮ ਹੋਊਗਾ ਤਾਂ ਡੈਫੀਨੇਟਲੀ ਸਕਸੈਸ ਰੇਸ਼ੀਓ ਜਾਂ ਇਹਦਾ ਜੋ ਵੀਜ਼ਾ ਦਾ ਕਨਵਰਜ਼ਨ ਰੇਸ਼ੀਓ ਡੈਫੀਨੇਟਲੀ ਵਧੇਗਾ ਸਰ। ਮੈਡਮ ਕਿੰਨੇ ਕੁ ਵੀਜ਼ਾ ਜਿਹੜੇ ਹੈਗੇ ਆ ਰਹੇ ਨੇ? ਕਿਉਂਕਿ ਲੋਕ ਬੜੇ ਥੱਕੇ ਹੋਏ ਸੀਗੇ, ਬੜਾ ਕਰੋਨਾ ਦਾ ਐਪੀਡੈਮਿਕ ਸੀਗਾ, ਬੜੀ ਉਦਾਸੀ ਸੀਗੀ ਲੋਕਾਂ ਕੋਲ, ਲੇਕਿਨ BBS ਇੱਕ ਐਸਾ ਨਾਮ ਆ ਜਿਹਨੇ ਉਸ ਪ੍ਰੈਸ਼ਰ ਪੀਰੀਅਡ ਦੇ ਵਿੱਚ ਵੀ ਆਪਣੇ EMPLOYEES ਨੂੰ ਬਿਲਕੁਲ ਵਧੀਆ ਰੱਖਿਆ, ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਨੇ
ਹਮੇਸ਼ਾ ਜਿਹੜੇ ਬੱਚੇ ਆ ਉਹਨਾਂ ਨੂੰ ਆਨਲਾਈਨ, ਕਿਉਂਕਿ ਆਨਲਾਈਨ ਉਹਨਾਂ ਲਈ ਕੋਈ ਨਵੀਂ ਚੀਜ਼ ਨਹੀਂ ਸੀ। ਸਕੂਲ ਦੇ ਵਿੱਚ ਵੀ ਪਹਿਲਾਂ ਹੀ ਸਮਾਰਟ ਕਲਾਸਿਸ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਖਾਈਆਂ ਜਾ ਰਹੀਆਂ ਸੀਗੀਆਂ ਤੇ ਤੁਹਾਡੇ ਟੀਚਰ ਵੀ ਪਰਿਪੱਕ ਸੀਗੇ ਇਸ ਚੀਜ਼ ਤੋਂ। ਔਰ ਇਹੀ ਕਾਰਨ ਹੈ ਕਿ ਜਿਹੜਾ ਹੈਗਾ ਇਸ ਕਰੋਨਾ ਦੇ ਐਪੀਡੈਮਿਕ ਦੇ ਵਿੱਚ 2 ਜਿਹੜੀਆਂ ਫੇਜ਼ਿਸ ਆਏ ਆ ਉਹਦੇ ਵਿੱਚ ਵੀ ਇਹ ਜਿਹੜਾ BBS ਆ ਉਹਨੇ ਬੜੀ ਵਧੀਆ ਸਰਵਿਸ ਦਿੱਤੀ। ਸਰ ਅਸੀਂ ਆਪਣੇ ਬੱਚਿਆਂ ਨੂੰ ਫ੍ਰੀ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਦੇ ਰਹੇ ਹਾਂ ਇਨੀਸ਼ੀਅਲ ਸਟੇਜ ਤੇ, ਜਦੋਂ ਪੈਂਡੇਮਿਕ ਸ਼ੁਰੂ ਹੋਇਆ ਕੋਵਿਡ ਦਾ ਕਰਕੇ। ਐਂਡ ਟੀਚਰਸ ਲਈ ਵੀ ਟੂਵਰਡ ਟੀਚਰਸ ਸਰ ਦਾ ਜਿਹੜਾ ਰਿਸਪੌਂਸ ਵੀ ਕਾਫੀ ਪੋਜ਼ਿਟਿਵ ਰਿਹਾ। ਐਂਡ ਐਮਪਲੋਈਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਸਰ ਨੇ। ਈਵਨ ਘਰ ਜਾ ਕੇ ਸੈਲਰੀਜ਼ ਪਹੁੰਚਾਈਆਂ ਸਰ ਉਹਨਾਂ ਨੇ ਹਰੇਕ ਐਮਪਲੋਈਜ਼ ਦੀਆਂ। ਔਰ एम्प्लॉयज़ भी काफ़ी मोटिवेटेड रहे इस दौरान। एंड बच्चों ਨੂੰ फ्री ऑनलाइन क्लासेस ਅਸੀਂ प्रोवाइड ਕੀਤੀਆਂ ਇਸ ਸਮੇਂ ਦੇ ਦੌਰਾਨ। ਪਰ ਮਤਲਬ ਅਸੀਂ ਗੱਲ ਕਰ ਲਈਏ ਕਿ ਨੋ ਡਾਊਟ ਕਿ ਕਰੋਨਾ ਦਾ ਹਲੇ ਵੀ ਐਪੀਡੈਮਿਕ ਥੋੜਾ ਜਿਹਾ ਬਚਿਆ ਹੈਗਾ ਔਰ ਅਸੀਂ ਦੇਖ ਰਹੇ ਹਾਂ ਕਿ ਸੈਨੀਟਾਈਜ਼ ਕਰਕੇ ਸਾਰਾ, ਔਰ ਜਿੱਦਾਂ ਅਸੀਂ ਬੱਚਿਆਂ ਨੂੰ ਵੀ ਰਿਕੁਐਸਟ ਕਰਕੇ ਉਹਨਾਂ ਨੂੰ ਮਾਸਕ ਦੇ ਲਈ ਕਿਹਾ ਕਿ ਭਾਈ ਮਾਸਕ ਲਾ ਲਓ ਤੁਸੀਂ, ਅਸੀਂ ਤੁਹਾਡੀ ਮੂਵੀ ਬਣਾਉਣੀ ਹੈਗੀ ਆ। ਔਰ ਕੀ ਕਹਿਣਾ ਚਾਹੋਗੇ ਕਿ ਇਹ ਇੰਸਟੀਟਿਊਸ਼ਨ ਜਿਸ ਤਰੀਕੇ ਨਾਲ ਬਾਹਰ ਪਹਿਲਾਂ ਜਦੋਂ ਆਉਂਦੇ ਆ ਬੱਚੇ ਉਦੋਂ ਸੈਨੀਟਾਈਜ਼ ਹੋਣਾ ਔਰ ਉਹਨਾਂ ਨੂੰ ਬਿਲਕੁਲ ਮਤਲਬ ਹਰ ਚੀਜ਼ ਦਾ ਪ੍ਰੇਸ ਜਿਹੜਾ ਇੱਥੇ ਰੱਖਿਆ ਜਾ ਰਿਹਾ 100% ਫੋਲੋ ਹੋ ਰਹੀਆਂ ਨੇ ਸਰ ਜਿਹੜੀਆਂ ਗਾਈਡਲਾਈਨਸ ਜੋ ਗਵਰਨਮੈਂਟ ਨੇ ਦਿੱਤੀਆਂ ਨੇ। ਜਿੱਦਾਂ ਬੱਚਾ ਆਉਂਦਾ ਹੈ ਪਹਿਲਾਂ ਉਹਦਾ ਟੈਂਪਰੇਚਰ ਚੈੱਕ ਹੁੰਦਾ ਹੈ, ਫਿਰ ਸੈਨੀਟਾਈਜ਼ਰ ਯੂਜ਼ ਕਰਨ ਤੋਂ ਬਾਅਦ ਹੀ ਬੱਚਾ ਕਲਾਸ ਦੇ ਵਿੱਚ ਜਾਂਦਾ ਹੈ ਤੇ ਮਾਸਕ ਉਹਦੇ ਲਈ ਕੰਪਲਸਰੀ ਹੈ ਸਰ। ਮੈਡਮ ਆਈਲੈਟਸ ਦੀ ਆਪਾਂ ਗੱਲ ਕਰੀਏ ਤਾਂ ਇਹ ਇੰਸਟੀਟਿਊਸ਼ਨ ਇੱਕ ਐਸੀ ਹੈ ਜਿਸ ਦੇ ਵਿੱਚ ਸਰ ਜਿਸ ਤਰੀਕੇ ਨਾਲ ਗਾਈਡ ਕਰਦੇ ਨੇ, ਜਿਸ ਤਰੀਕੇ ਨਾਲ ਕਾਉਂਸਲ ਕਰਦੇ ਨੇ ਟੀਚਰਸ ਨੂੰ ਕਿ ਆਪਾਂ ਵਿਦਿਆ ਦਾ ਦਾਨ ਦੇਣ ਲਈ ਇੱਥੇ ਆਏ ਹੈਗੇ ਆ, ਔਰ ਉਹਦੇ ਵਿੱਚ ਬੱਚਾ ਟੀਚਰਸ ਨੂੰ ਪਹਿਲਾਂ ਆਪ ਦੱਸਦੇ ਨੇ ਕਿ ਕਿੱਦਾਂ ਆਪਾਂ ਉਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਵੀ ਦੇਣੀ ਹੈ, ਇਕੱਲੀ ਆਪਾਂ ਆਈਲੈਟਸ ਹੀ ਨਹੀਂ। ਕੀ ਕਹਿਣਾ ਚਾਹੋਗੇ ਕਿ ਇੱਥੋਂ ਦੇ ਜਿਹੜੇ ਟੀਚਰਸ ਹੈਗੇ ਉਹ ਵੀ ਮੋਟੀਵੇਟਡ ਨੇ, ਉਹਨਾਂ ਦਾ ਵੀ ਮਾਈਂਡ ਸੈਟਅਪ, ਉਹਨਾਂ ਨੇ ਵੀ ਇਹ ਨਹੀਂ ਹੈ ਕਿ ਕੋਈ ਬੱਚਿਆਂ ਨੂੰ ਮਤਲਬ ਬਾਉਂਸਰ ਉੱਠ ਜੂਗਾ ਤੇ ਬੱਚੇ ਉਹ ਆਪਣਾ ਇੰਨੀ ਇੰਗਲਿਸ਼ ਫਲੂਐਂਟਲੀ ਬੋਲ ਕੇ ਚਲੇ ਜਾਣਗੇ ਔਰ ਬੱਚਿਆਂ ਨੂੰ ਨਹੀਂ ਸਮਝ ਆਊਗਾ ਤਾਂ ਉਹ ਅੰਡਰ ਪ੍ਰੈਸ਼ਰ ਰਹਿ ਪੈਣਗੇ। ਬਲਕਿ ਇੱਕ ਸਟੂਡੈਂਟਸ ਦੇ ਇੰਡੀਵਿਜੂਅਲ ਤਵੱਜੋ ਜਿਹੜੀ ਤੁਸੀਂ ਇੱਥੇ ਬੈਠੇ ਹੋ ਐਜ਼ ਏ ਹੈੱਡ, ਤੁਸੀਂ ਹਰੇਕ ਬੱਚੇ ਨੂੰ ਜੱਜ ਕਰਦੇ ਹੋ, ਗੱਲ ਕਰਦੇ ਹੋ ਔਰ ਵਾਰ-ਵਾਰ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਦੇ ਹੋ ਕਿ ਕਿੱਦਾਂ ਉਹਨਾਂ ਨੂੰ ਹੈ ਕੋਈ ਇਹ ਤਾਂ ਨਹੀਂ ਕਿ ਸਾਡੇ ਬੱਚੇ ਜਿਹੜੇ ਆ ਰਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ। ਨਹੀਂ ਸਰ, ਟੀਚਰਸ ਵੀ ਸਾਡੇ ਇਸ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਤਾਂ ਕਿ ਹਰੇਕ ਬੱਚੇ ਦਾ ਜੋ ਬੱਚੇ ਦਾ ਲੈਵਲ ਹੈ ਉਸ ਲੈਵਲ ਤੋਂ ਜਾ ਕੇ ਬੱਚੇ ਨੂੰ ਜੋ ਐਜੂਕੇਸ਼ਨ ਦਿੱਤੀ ਜਾਂਦੀ ਹੈ। ਅੱਜ ਦੀ ਕਲਾਸਿਸ ਦੇ ਵਿੱਚ ਸਾਡੇ ਕੋਲੇ ਵੱਖਰੇ ਲੈਵਲਸ ਨੇ, ਜਿਹਦੇ 'ਚ ਬਿਗਨਰ ਲੈਵਲਸ ਹੈ ਜਿੱਥੇ ਬੱਚੇ ਬਿਲਕੁਲ ਜੋ ਇਨੀਸ਼ੀਅਲ ਸਟੇਜ 'ਤੇ ਬੱਚੇ ਜਿਨ੍ਹਾਂ ਨੇ ਕਦੀ ਆਇਲਸ ਨਹੀਂ ਕੀਤਾ ਜਾਂ ਉਹਨਾਂ ਨੂੰ ਕੁਝ ਬੇਸਿਕ ਪ੍ਰੋਬਲਮਸ ਹੈਗੀਆਂ ਉਸ ਤੋਂ ਸਟਾਰਟ ਕਰਕੇ ਦੈਨ ਸਟੈਪ ਬਾਏ ਸਟੈਪ ਅਸੀਂ ਲੈਵਲਸ ਅੱਗੇ ਵਧਾਉਂਦੇ ਹਾਂ। ਉਸੇ ਹਿਸਾਬ ਨਾਲ ਸਾਡੇ ਟੀਚਰਸ ਉਹਨਾਂ ਨੂੰ ਜੋ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ, ਆਇਲਸ ਦੀ ਕੋਚਿੰਗ ਪ੍ਰੋਵਾਈਡ ਕਰਦੇ ਨੇ। ਸੋ ਸਾਰੀਆਂ ਚੀਜ਼ਾਂ ਇਹ ਬੜੀ ਬਰੀਕੀ ਨਾਲ ਚੈੱਕ ਕੀਤੀਆਂ ਜਾਂਦੀਆਂ ਕਿ ਕਿਹੜੇ ਬੱਚੇ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਮਿਲ ਰਹੀ ਹੈ ਔਰ ਬੱਚੇ ਦਾ ਵੀਕਲੀ ਮੌਕ ਟੈਸਟ ਤੇ ਬੱਚੇ ਦੀ ਪਰਫਾਰਮੈਂਸ ਰਿਵਿਊ ਹੋ ਜਾਂਦੀ ਹੈ। ਈਵਨ ਉਹਦੇ ਪੇਰੈਂਟਸ ਨਾਲ ਵੀ ਡਿਸਕਸ ਕੀਤਾ ਜਾਂਦਾ ਹੈ ਬੱਚੇ ਦਾ ਕੀ ਰਿਜ਼ਲਟ ਆ ਰਿਹਾ, ਬੱਚਾ ਕੀ ਪਰਫਾਰਮ ਕਰ ਰਿਹਾ ਹੈ। ਔਰ ਅਗਰ ਕੋਈ ਬੱਚਾ ਕਿਸੇ ਮੋਡਿਊਲ ਦੇ ਵਿੱਚ ਵਧੀਆ ਪਰਫਾਰਮ ਨਹੀਂ ਕੀਤਾ ਜਾਂਦਾ ਤਾਂ ਉਹਦੀਆਂ ਸਪੈਸ਼ਲ ਵਰਕਸ਼ਾਪਸ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਐਕਚੁਅਲੀ ਉਹ ਸਕੂਲ ਤੋਂ ਫਰੋਮ ਡੇ 1 ਦੇ ਆਰ ਪ੍ਰੀਪੇਅਰਡ ਲਾਈਕ ਦੈਟ ਕਿ ਸਪੀਕਿੰਗ ਕੰਪਲਸਰੀ ਹੈ ਸਕੂਲ ਦੇ ਵਿੱਚ। ਤਾਂ ਨੋ ਡਾਊਟ ਸਾਨੂੰ ਉਹਨਾਂ ਬੱਚਿਆਂ 'ਤੇ ਬਹੁਤ ਜ਼ਿਆਦਾ ਵਰਕਆਊਟ ਨਹੀਂ ਕਰਨਾ ਪੈਂਦਾ ਬਿਕਾਜ਼ ਐਜੂਕੇਸ਼ਨ ਬੈਕਗਰਾਊਂਡ ਬਹੁਤ ਜ਼ਿਆਦਾ ਮੈਟਰ ਕਰਦਾ ਇਸ ਚੀਜ਼ ਦੇ ਵਿੱਚ। ਬਟ ਫਿਰ ਵੀ ਜੋ ਬੱਚੇ ਸਾਡੇ ਸਕੂਲ ਦੇ ਹੈ ਠੀਕ ਹੈ, ਬਟ ਉਹਦੇ ਨਾਲ ਜੋ ਹੋਰ ਵੀ ਸਟੂਡੈਂਟਸ ਹੈ ਤਾਂ ਉਹ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਲੈਵਲ ਵਾਈਜ਼ ਪੜ੍ਹਾਉਂਦੇ ਹਾਂ ਬੱਚੇ ਨੂੰ ਕਿ ਬੱਚੇ ਦਾ ਕਿਸ ਤਰ੍ਹਾਂ ਦਾ ਲੈਵਲ ਹੈ ਉਸ ਦੇ ਅਕੋਰਡਿੰਗ ਉਹਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਅਗਰ ਉਹਦਾ ਐਜੂਕੇਸ਼ਨ ਬੈਕਗਰਾਊਂਡ ਅੱਛਾ ਹੁੰਦਾ ਤਾਂ ਡੈਫੀਨੇਟਲੀ ਬੱਚੇ ਨੂੰ ਇਸ ਚੀਜ਼ 'ਤੇ ਥੋੜ੍ਹੀ ਜਿਹੀ ਘੱਟ, ਸਾਡੇ ਟੀਚਰਸ ਨੂੰ ਘੱਟ ਮਿਹਨਤ ਕਰਨੀ ਪੈਂਦੀ ਹੈ। ਕਿਤੇ ਨਾ ਕਿਤੇ ਬੱਚਾ ਉਸ ਚੀਜ਼ ਨੂੰ ਜਲਦੀ ਅਡਾਪਟ ਕਰ ਲੈਂਦਾ ਹੈ ਜੋ ਆਇਲਸ ਦਾ ਪੈਟਰਨ ਉਹਨੂੰ ਸਿਖਾਇਆ ਜਾਂਦਾ ਉਸ ਚੀਜ਼। ਸਰ ਇੱਕ ਬ੍ਰਾਂਚ ਓਪਨ ਕੀਤੀ ਸੀ ਆਪਾਂ ਹੁਣ ਰੀਸੈਂਟਲੀ ਨਿਹਾਲ ਸਿੰਘ ਵਾਲਾ ਦੇ ਵਿੱਚ, ਤਾਂ ਉੱਧਰਲੇ ਸਰਾਊਂਡਿੰਗ ਜੋ ਵੀ ਏਰੀਆਜ਼ ਨੇ ਸਭ ਕਵਰ ਕਰਦੇ ਆ। ਉੱਥੇ ਜਿਹੜਾ ਉੱਧਰਲਾ ਬੱਚਾ ਜਿਹਨੂੰ ਮੋਗਾ ਆਉਣ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਉਹ ਬੱਚਾ ਅਸੀਂ ਉੱਥੇ ਪੜ੍ਹਾਵਾਂਗੇ ਜੀ ਸਾਰਾ। ਐਂਡ ਉਸ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਵਿੱਚ ਜਾ ਕੇ ਇਵਨ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਵੀ ਉੱਥੇ ਪ੍ਰੋਵਾਈਡ ਕਰਾਂਗੇ ਸਰ। ਔਰ ਆਉਣ ਵਾਲੇ ਸਮੇਂ ਜਿੱਦਾਂ ਲੋਕ ਬਹੁਤ ਜ਼ਿਆਦਾ ਯੰਗ ਬਲੱਡਡ ਜਿਹੜੇ ਹੈਗੇ ਆ ਟੀਚਰਸ ਹੈਗੇ ਆ ਜਿਹੜੇ ਵਿੱਦਿਆ ਦਾ ਦਾਨੀ ਹੈਗੇ ਉਹ ਵੀ ਚਾਹ ਰਹੇ ਕਿ ਅਸੀਂ BBS ਨਾਲ ਮਿਲੀਏ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੋਚੀਏ ਕਿ BBS ਦਾ ਜਿਹੜਾ ਹੈਗਾ ਹੋਰ ਵੀ ਸੈਂਟਰਸ ਜਿਹੜੇ ਹੈਗੇ ਆਸ-ਪਾਸ ਵੀ ਔਰ ਦੂਰ ਤੱਕ ਵੀ, ਈਵਨ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਿੱਦਾਂ ਅਪਰੋਚ ਹੋ ਰਹੀ ਹੈ ਸਾਰੇ ਹੋਰਾਂ ਨੂੰ ਵੀ ਹਰ ਥਾਂ ਦੇ ਉੱਤੇ BBS ਦਾ ਨਾਮ ਜਿਹੜਾ ਹੋਰ ਜਿੱਦਾਂ ਪਹਿਲਾਂ ਸਕੂਲਿੰਗ 'ਚ ਹੋਇਆ ਉੱਦਾਂ ਹੀ ਇਮੀਗ੍ਰੇਸ਼ਨ 'ਚ ਵੀ ਹੋ। ਯੈਸ ਡੈਫੀਨੇਟਲੀ ਸਰ, ਇਹ ਚੀਜ਼ਾਂ ਨੀਅਰ ਫਿਊਚਰ ਪਲੈਨਿੰਗ ਦੇ ਵਿੱਚ ਹੈਗੀਆਂ ਨੇ। ਵੀ ਆਰ ਪਲੈਨਿੰਗ ਟੂ ਓਪਨ ਆਰ ਬ੍ਰਾਂਚ ਇਨ ਲੁਧਿਆਣਾ ਐਂਡ ਰੈਸਟ ਆਫ ਦੀ ਏਰੀਆਜ਼ ਦੇ ਵਿੱਚ ਅਸੀਂ ਕਰ ਰਹੇ ਹਾਂ ਪਲਾਨ। ਤਾਂ ਇਹ ਸਰ ਉਹਨਾਂ ਦਾ ਇੱਕ ਹੋਰ ਉਪਰਾਲਾ ਹੋਏਗਾ ਆਪਣੇ ਜੋ ਨੀਅਰੈਸਟ ਜਾਂ ਉਹਨਾਂ ਦੇ ਜਿੱਦਾਂ ਕਹਿ ਸਕੀਏ ਕਿ ਉਹਨਾਂ ਨਾਲ ਐਸੋਸੀਏਟਡ ਨੇ ਜੋ ਲੋਕ, ਉਹਨਾਂ ਨੂੰ ਇੱਕ ਹੋਰ ਬੈਸਟ ਸਰਵਿਸ ਦੇਣ ਲਈ। ਥੈਂਕ ਯੂ ਮੈਡਮ। ਥੈਂਕ ਯੂ ਸਰ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਪੜ੍ਹ ਕੇ? Well, the staff of the BBS is very cooperative, and if we have any problem, we can easily ask from them. So I feel very happy for pursuing my IELTS classes in this institute.
ਔਰ ਜਿੱਦਾਂ ਤੁਸੀਂ ਬਾਹਰ ਪਹਿਲਾਂ ਸੁਣਿਆ ਸੀਗਾ ਕਿ BBS ਵਾਲਿਆਂ ਦਾ ਬਹੁਤ ਵਧੀਆ ਨੈਟਵਰਕ ਹੈ, ਵਧੀਆ ਟੀਚਰਸ ਹੈਗੇ ਆ, ਵਧੀਆ ਪੜ੍ਹਾਉਂਦੇ ਹੈਗੇ ਆ, ਉਹ ਤੁਹਾਨੂੰ ਲੱਗਿਆ ਕਿ ਜੋ ਬਾਹਰ ਕਹਿੰਦੇ ਆ ਉਹ ਮਤਲਬ ਇੱਥੇ ਆ ਕੇ ਸਾਰਥਕ ਹੈਗਾ? Yes, of course, it provides more than I listen from the outside, as the outside are telling very little about the institute. But while I am actually present and pursuing my classes, I felt very happy. ਐਂਡ ਯੂ ਆਰ ਆਲਸੋ ਪਹਿਲਾਂ ਜਿਹੜੇ ਤੁਹਾਡੀ ਸਕੂਲਿੰਗ ਸੀਗੀ ਉਹ ਵੀ BBS ਦੀ ਆ? Yes, of course, I studied my 6th to 12th classes from BBS. ਮੰਨਦੇ ਹੋ ਕਿ BBS ਨੇ ਜਿਹੜਾ ਨੈਟਵਰਕ ਉੱਥੇ ਸਕੂਲ ਸੀਗਾ, ਜਿੰਨੀ ਮਿਹਨਤ ਸਕੂਲ 'ਚ ਟੀਚਰਾਂ ਕਰਦੀਆਂ ਸੀ, ਇੱਥੇ ਆ ਕੇ ਵੀ ਉਹੀ ਨੈਟਵਰਕ ਕੰਮ ਲਿਆ? Yes, of course. The main reason of joining this BBS is only that the school is also providing the quality education. So the thought in my mind is that I will also get the best education in this. Well, I think BBS is one of the best institute for preparation of IELTS, as the staff is really cooperative. Moreover, they provide every kind of facility a students required, and the staff is really provide help to the students when they feel any kind of difficulty in their any module. By learning in this institute, the staff is very cooperative and polite with all the students. I can ask anything. If I feel difficulty in any module, they help in a very polite way. So I am happy, and I would suggest other students to learn in this institute. कैसे लग रहा है यहाँ पर? ਸਰ ਬਹੁਤ ਵਧੀਆ ਲੱਗਦਾ ਪਿਆ ਸਰ ਇੱਥੇ ਪੜ੍ਹ ਕੇ। ਔਰ ਬੋਡੀ ਲੈਂਗੁਏਜ ਹੀ ਚੇਂਜ ਹੋਈ ਪਹਿਲਾਂ ਜਦੋਂ ਆਏ ਸੀਗੇ, ਹੁਣ ਲੱਗਦਾ ਵੀ ਅੰਗਰੇਜ਼ਾਂ ਵਾਲਾ ਕੰਮ ਹੋ ਜਾਊਗਾ ਆਉਣ ਵਾਲੇ ਸਮੇਂ 'ਚ? ਹਾਂਜੀ ਸਰ, ਹਜੇ ਸਰ 2 ਵੀਕਸ ਹੀ ਹੋਏ ਆ, ਹਜੇ ਮੈਨੂੰ ਜੁਆਇਨ ਕੀਤੇ ਨੂੰ, ਫਰੈਸ਼ਰ ਹੀ ਆ ਸਰ ਹਜੇ ਮੈਂ। ਤੇ ਲੱਗ ਰਹੀ ਦਿਮਾਗ ਨੂੰ ਗ੍ਰੀਸ ਪੂਰੀ? ਹਾਂਜੀ ਸਰ, ਕਰੀ ਜਾਂਦੇ ਆ ਸਰ ਪੂਰਾ ਟਰਾਈ। ਬੇਟਾ ਹਾਊ ਆਰ ਯੂ ਫੀਲਿੰਗ? ਆਈ ਐਮ ਫੀਲਿੰਗ ਗੁੱਡ, ਬਿਕੋਜ਼ ਇੰਸਟੀਟਿਊਟ ਬਹੁਤ ਵਧੀਆ ਇਹਨਾਂ ਦਾ। ਸਕੂਲਿੰਗ ਕਿੱਥੋਂ ਹੋਈ ਸੀ ਤੁਹਾਡੀ ਪਹਿਲਾਂ? ਮੇਰੀ ਲਾੜਾ ਸਾਇੰਸ। ਔਰ ਇੱਥੇ ਤੁਹਾਨੂੰ ਲੱਗਦਾ ਕਿ ਬੜੀ ਚੇਂਜ ਹੈਗੀ ਆ ਉਹ ਸਕੂਲਿੰਗ ਨਾਲ, ਜਿਸ ਤਰੀਕੇ ਨਾਲ ਇੱਥੇ ਨੈਟਵਰਕ ਆ, ਟੀਚਰਸ ਮਿਹਨਤ ਕਰ ਰਹੇ ਨੇ? ਹਾਂਜੀ, ਉਹਨਾਂ ਨਾਲ ਬਹੁਤ ਫਰਕ ਆ, ਕਿਉਂਕਿ ਇਹਨਾਂ ਦਾ ਸਟਾਫ ਬਹੁਤ ਕੋਆਪਰੇਟਿਵ ਆ ਅਤੇ ਬਹੁਤ ਹੈਲਪ ਕਰਦੇ ਆ। ਜਦੋਂ ਵੀ ਆਪਣਾ ਮਰਜ਼ੀ ਨਾਲ ਕਿਤੇ ਵੀ ਕੁਛ ਪੁੱਛ ਸਕਦੇ ਆ ਅਤੇ ਬਹੁਤ ਪੋਲਾਈਟ ਮੈਨਰ ਨਾਲ ਡੀਲ ਕਰਦੇ ਆਪਣੇ ਨਾਲ। ਇੱਥੋਂ ਦੇ ਜਿਹੜੇ ਟੀਚਰ ਆ ਉਹ ਸਾਰੇ ਮਿਹਨਤ ਕਰਦੇ ਆ, ਸਾਨੂੰ ਲੱਗਦਾ ਸਾਡਾ ਪੈਸਾ ਖਰਾਬ ਨਹੀਂ ਹੁੰਦਾ ਅਤੇ ਮੁੱਲ ਪਾਊਗਾ। ਮੈਡਮ, ਕਿਸੇ ਵੀ ਇਮੀਗ੍ਰੇਸ਼ਨ ਦੀ ਬੈਕਬੋਨ ਹੁੰਦੀ ਹੈ ਫਾਈਲਿੰਗ, ਔਰ ਫਾਈਲਿੰਗ ਦੇ ਵਿੱਚ ਤੁਸੀਂ ਇੱਥੇ ਬਹੁਤ ਜ਼ਿਆਦਾ ਸਿੰਪੈਥਿਕਲੀ ਚੀਜ਼ ਦੇ ਵਿੱਚ ਜਾਂਦੇ ਹੋ ਔਰ ਉਹੀ ਫਾਈਲਸ ਨੂੰ ਪਕੜਦੇ ਹੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਹ ਪੋਜ਼ਿਟਿਵ ਹੈਗੀਆਂ। ਕੀ ਕਹਿਣਾ ਚਾਹੋਗੇ? ਸਰ ਹਾਂਜੀ, ਉਹੀ ਫਾਈਲਸ ਪਕੜਦੇ ਆ ਜਿਨ੍ਹਾਂ ਦੇ ਵੀਜ਼ੇ ਸਾਨੂੰ ਲੱਗਦਾ ਕਿ ਆ ਸਕਦੇ ਨੇ, ਪਰ ਕਈ ਵਾਰੀ ਐਵੇਂ ਹੁੰਦਾ ਕਈ ਕਾਲਜ ਜਿਹੜੇ ਹੁੰਦੇ ਨੇ ਉਹ ਲੈਸ ਐਵਰੇਜ ਬੱਚਿਆਂ ਨੂੰ ਵੀ ਪ੍ਰੋਵਾਈਡ ਕਰਦੇ ਨੇ ਆਫਰ ਲੈਟਰਸ ਵਗੈਰਾ, ਉਹਨਾਂ ਦੀ ਵੀ ਆਪਾਂ ਫਾਈਲਿੰਗ ਕਰਦੇ ਹਾਂ। ਉਹਨਾਂ ਦੇ ਬੈਂਡ ਸਕੋਰਸ ਵੇਖ ਕੇ ਕਈ ਵਾਰੀ ਬੱਚਿਆਂ ਦੇ ਇੱਕ ਬੈਂਡ ਸਕੋਰ 'ਚ ਮੋਡਿਊਲ 'ਚ ਘੱਟ ਹੋ ਜਾਂਦੇ ਨੇ ਤਾਂ ਵੀ ਆਪਾਂ ਕਰ ਲੈਂਦੇ ਨੇ, ਪਰ ਉਹਨਾਂ ਦੇ ਜਿਹੜੀ ਪਰਸੈਂਟੇਜ ਹੁੰਦੀ ਹੈ, ਜਿਵੇਂ ਅਕੈਡੈਮਿਕ 'ਚ ਕਈਆਂ ਦੀ ਹਾਰਡ ਹੁੰਦੀ ਹੈ, ਕਈਆਂ ਦੀ ਲੈਸ ਹੋ ਜਾਂਦੀ ਹੈ, ਉਹਨਾਂ ਦੇ ਅਕੋਰਡਿੰਗ ਆਪਾਂ ਫਾਈਲਿੰਗ ਉਹਨਾਂ ਦੀ ਜਿਵੇਂ SOP ਲਿਖਦੇ ਹਾਂ ਆਪਾਂ, ਉਹਦੇ 'ਚ ਆਪਾਂ ਉਹਨਾਂ ਦੇ ਮਤਲਬ ਐਕਸਟਰਾ ਸਰਕੂਲਰ ਵੀ ਦਿਖਾਉਂਦੇ ਕਿ ਬੱਚਾ ਕਿਸੇ ਹੋਰ ਫੀਲਡ 'ਚ ਵੀ ਕੰਮ ਕਰਦਾ, ਜਿਵੇਂ ਕਿ ਉਵੇਂ ਆਪਾਂ ਦਿਖਾ ਕੇ ਉਹਨਾਂ ਦੀ ਪ੍ਰੋਫਾਈਲ ਸਟਰੋਂਗ ਬਣਾਉਂਦੇ ਹਾਂ। ਮੈਡਮ, ਕੀ ਕਹਿਣਾ ਚਾਹੋਗੇ ਕਿ ਕਾਫੀ ਵੀਜ਼ਾ ਜਿਹੜੇ ਹੈਗੇ ਆ ਇਸ ਕਰੋਨਾ ਦੇ ਐਪੀਡੈਮਿਕ ਤੋਂ ਬਾਅਦ ਦੇ ਵਿੱਚ ਆ ਚੁੱਕੇ ਨੇ, ਔਰ ਉਹਦੇ ਨਾਲ ਤੁਹਾਡਾ ਮਨੋਬਲ ਵੀ ਵੱਧਦਾ ਔਰ ਸਟੂਡੈਂਟਸ ਦਾ ਵੀ ਵੱਧਦਾ ਕਿ ਵੀਜ਼ਾ ਇੱਥੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਇਸ BBS ਦੇ ਵਿੱਚ? ਹਾਂ ਸਰ, ਕਰੋਨਾ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਲੈਸ ਵੀਜ਼ਾ ਰੇਟਿੰਗ ਸੀ, ਪਰ ਬੱਚਿਆਂ ਦਾ ਮਨੋਬਲ ਤਾਂ ਵਧਣਾ ਹੀ ਹੈ। ਇਸ ਵਾਰੀ ਸਾਡੇ ਵੀਜ਼ਾ ਹਾਰਡਲੀ ਕਰੋਨਾ ਤੋਂ ਬਾਅਦ ਕਾਫੀ ਆਏ ਨੇ, ਅਤੇ ਬੱਚਿਆਂ ਨੂੰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਵੀਜ਼ਾਸ ਆ ਰਹੇ ਨੇ। ਬੱਚੇ ਕਹਿੰਦੇ ਨੇ ਕਿ ਮੈਮ ਸਾਨੂੰ ਫੋਨ ਆ ਰਹੇ ਨੇ ਰਿਲੇਟਿਵ ਦੇ ਕਿ ਸਾਡੇ ਰਿਫਿਊਜ਼ਲਸ ਆ ਰਹੀਆਂ ਨੇ, ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਵੀਜ਼ੇ ਆ ਰਹੇ, ਸਾਨੂੰ ਬਹੁਤ ਵਧੀਆ ਲੱਗਦਾ ਕਿ BBS ਦੇ ਵੀਜ਼ੇ ਆ ਰਹੇ ਨੇ। ਅਤੇ ਕਈ ਬੱਚਿਆਂ ਦੇ ਜਿਵੇਂ ਕਿਊਬਿਕ ਦੇ ਬੰਦ ਸੀ ਵੀਜ਼ੇ, ਪਰ ਉਹਨਾਂ ਦੇ ਵੀ ਆਪਣੇ ਵੀਜ਼ੇ ਆਏ ਨੇ ਅਤੇ ਬੱਚਿਆਂ ਨੂੰ ਬਹੁਤ ਮੋਟੀਵੇਸ਼ਨਲ ਮਿਲਦੀ ਹੈ ਇਹਦੇ ਨਾਲ। ਮੈਡਮ, ਕੀ ਕਹਿਣਾ ਚਾਹੋਗੇ ਕਿ ਰਿਫਿਊਜ਼ਲ ਰੇਟ ਜਿਹੜਾ ਹੈਗਾ BBS ਦਾ ਘੱਟ ਹੋਣ ਦਾ ਕਾਰਨ ਇਹ ਹੈ ਕਿ ਤੁਸੀਂ ਫਾਈਲਿੰਗ ਦੇ ਵਿੱਚ ਹੀ ਪਹਿਲਾਂ ਜਦੋਂ ਬੰਦਾ ਆਉਂਦਾ ਮਿਲਦਾ ਹੈਗਾ ਤੁਹਾਨੂੰ, ਤਾਂ ਉਦੋਂ ਹੀ ਤੁਸੀਂ ਉਹਨੂੰ ਰਿਫਾਈਨ ਕਰ ਲੈਂਦੇ ਹੋ ਕਿ ਨਹੀਂ ਇਹ ਸਾਨੂੰ ਲੱਗਦਾ ਨਹੀਂ ਕਿ ਇਹਦੀ ਜਿਹੜੀ ਹੈਗੀ ਆ ਫਾਈਲ ਲੱਗੂਗੀ? ਸਰ ਉਹ ਮੈਮ ਜਦੋਂ ਵੀ ਕਾਉਂਸਲਿੰਗ ਦਿੰਦੇ ਆ ਮੈਮ ਪਹਿਲਾਂ ਕਹਿ ਦਿੰਦੇ ਨੇ ਕਿ ਇਹ ਤਾਂ ਵੀਜ਼ਾ ਦੇ ਹੱਥ 'ਚ ਹੈ, ਵੀਜ਼ਾ ਆਫਿਸਰ ਦੇ, ਕਿ ਉਹ ਕਿਵੇਂ ਦੇਣਗੇ ਵੀਜ਼ਾ। ਅਸੀਂ ਆਪਦਾ ਬੈਸਟ ਦਿੰਦੇ ਹਾਂ ਕਿ ਬੱਚੇ ਨੂੰ ਵੀਜ਼ਾ ਮਿਲੇ, ਕਿਉਂਕਿ ਉਹਨਾਂ ਨਾਲ ਹੀ ਅਸੀਂ ਹਾਂ, ਜੇ ਉਹ ਵੀਜ਼ਾ ਦੇਣਗੇ ਤਾਂ ਹੀ ਸਾਡਾ ਕੰਮ ਚੱਲੇਗਾ। ਥੈਂਕ ਯੂ ਮੈਡਮ। ਵੈਲਕਮ ਸਰ। ਹਾਂਜੀ, ਜਿਵੇਂ ਸੰਜੀਵ ਸੈਣੀ ਸਰ ਨੇ ਪਹਿਲਾਂ BBS ਗਰੁੱਪ ਦੇ ਨਾਮ ਸਕੂਲ ਸ਼ੁਰੂ ਕੀਤਾ ਸੀ, ਜਿਹਦੇ ਕਰਕੇ ਉਹਨਾਂ ਦਾ ਬਹੁਤ ਨਾਮ ਸੀ। ਹੁਣ ਉਸ ਤੋਂ ਬਾਅਦ ਉਹ ਇਸੇ ਐਜੂਕੇਸ਼ਨ ਸੈਕਟਰ ਦੇ ਵਿੱਚ ਹੀ ਹੁਣ IELTS ਅਤੇ ਇਮੀਗ੍ਰੇਸ਼ਨ ਦੇ ਵਿੱਚ ਆਏ ਆ। ਉਹੀ ਚੀਜ਼ਾਂ ਜੋ ਉਹਨਾਂ ਨੇ ਸਕੂਲ ਦੇ ਵਿੱਚ ਸੀ, ਉਸੇ ਤਰ੍ਹਾਂ ਡਿਸਿਪਲਿਨ, ਉਸੇ ਤਰ੍ਹਾਂ ਹਾਈਲੀ ਕੁਆਲੀਫਾਈਡ ਸਟਾਫ ਅਤੇ ਉਸੇ ਤਰ੍ਹਾਂ ਸਾਰੀਆਂ ਵਧੀਆ ਸੇਵਾਵਾਂ ਇਮੀਗ੍ਰੇਸ਼ਨ ਦੇ ਵਿੱਚ ਨੰਬਰ 1 ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਵੀਜ਼ਾ ਵੀ ਆਪਣੇ ਆ ਰਹੇ ਆ ਜੀ ਬਹੁਤ, ਜਿਵੇਂ ਸਟੂਡੈਂਟ ਵੀਜ਼ਾ ਵੀ ਆ ਰਹੇ ਆ, ਉਸ ਨਾਲ ਨਾਲ ਆਪਣੇ ਸਟੂਡੈਂਟ ਦੇ ਰਿਜ਼ਲਟ ਵੀ ਜਿਹੜੇ ਆ ਬਹੁਤ ਅੱਛੇ ਆ ਰਹੇ ਆ,
ਜਿਵੇਂ ਪਿਛਲੇ ਦਿਨੇ ਆਏ ਰਿਜ਼ਲਟਾਂ ਦੇ ਵਿੱਚ ਸਟੂਡੈਂਟਸ ਦੇ 7.57 ਓਵਰਆਲ ਆਏ ਆ। ਅਸੀਂ ਹੁਣ ਹੋਰ ਵੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਇਨਫਰਾਸਟਰਕਚਰ ਹੈ ਜਿਹੜਾ ਕਿ ਮੋਗਾ ਦੇ ਨੇੜੇ ਤੇੜੇ ਕਿਤੇ ਵੀ ਨਹੀਂ, ਅਸੀਂ ਬੱਚਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇੱਥੇ ਆਉਣ ਤੇ ਆ ਕੇ ਆਪਦੇ ਵਧੀਆ ਪੜ੍ਹਾਈ ਕਰਨ ਤੇ ਆਪਦੇ ਆਲਸ ਦੇ ਜਾਂ ਬਾਹਰ ਜਾਣ ਦਾ ਸੁਪਨਾ ਸਾਕਾਰ ਕਰਨ, ਜੋ ਕਿ ਇੱਕ ਛੱਤ ਥੱਲੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਮਿਲ ਰਹੀਆਂ। ਅਸੀਂ ਇੱਕ ਇਹ ਵੀ ਚੀਜ਼ ਸ਼ੁਰੂ ਕੀਤੀ ਸੀ ਪਿੱਛੇ ਜੇ ਕਿ ਬੱਚਿਆਂ ਨੂੰ ਲਿਆਉਣ ਵਾਸਤੇ ਉਹਨਾਂ ਦੀ ਫ੍ਰੀ ਬੱਸ ਸਰਵਿਸ ਵੀ ਸ਼ੁਰੂ ਕੀਤੀ ਸੀ। ਸੰਜੀਵ ਸਰ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਬੱਚਿਆਂ ਲਈ। ਆਈਲੈਟਸ ਜਿਹੜਾ ਸੈਂਟਰ ਉਹਨਾਂ ਨੇ ਬੱਚਿਆਂ ਲਈ ਖੋਲ੍ਹਿਆ, ਜਿੱਥੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਸਰਵਿਸਿਜ਼ ਮਿਲਦੀਆਂ ਵਾ। ਕਲਾਸਿਸ ਜਿਹੜੀਆਂ ਜਿਵੇਂ ਤੁਸੀਂ ਕਿਹਾ ਕਿ ਕਰੋਨਾ ਦੇ ਵਿੱਚ ਬਹੁਤ ਮੁਸ਼ਕਿਲ ਸੀ ਬੱਚਿਆਂ ਲਈ, ਅਸੀਂ ਕੀ ਆਨਲਾਈਨ ਕਲਾਸਾਂ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ। ਆਨਲਾਈਨ ਕਲਾਸਾਂ ਹਮੇਸ਼ਾ ਉਹਨਾਂ ਦੀਆਂ ਲੱਗਦੀਆਂ ਸੀ, ਐਸਾ ਕੋਈ ਦਿਨ ਨਹੀਂ ਸੀ ਕਿ ਉਹਨਾਂ ਦੀ ਕੋਈ ਕਲਾਸ ਨਾ ਲੱਗੀ ਹੋਵੇ। ਸਾਰੇ ਮੋਡਿਊਲ ਉਹਨਾਂ ਦੇ ਹੁੰਦੇ ਸੀਗੇ। ਬੱਚੇ ਬਹੁਤ ਸੈਟਿਸਫਾਈ ਸੀ, ਜਿਸ ਕਰਕੇ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੈ। ਸਾਨੂੰ ਉਮੀਦ ਹੈ ਕਿ ਅੱਗੇ ਵੀ ਬੱਚੇ ਕੀ ਹੈ ਵਧੀਆ ਰਿਜ਼ਲਟ ਲੈ ਕੇ ਆਉਣਗੇ। ਬਹੁਤ ਖੁਸ਼ੀ ਮਿਲਦੀ ਹੈ, ਜਿਵੇਂ ਆਪਣੇ ਘਰੋਂ ਵੀ ਕੋਈ ਅੱਗੇ ਵੱਧਦਾ ਤਾਂ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ, ਤਾਂ ਇੱਥੇ ਵੀ ਸਾਨੂੰ ਆਪਦਾ ਪਰਿਵਾਰ ਲੱਗਦਾ। ਸਾਡੇ ਪਰਿਵਾਰ 'ਚੋਂ ਜੇ ਕੋਈ ਅੱਗੇ ਜਾਂਦਾ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਤੇ ਅੱਗੇ ਵੀ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਾਰੇ ਜਿਹੜਾ ਵੀ ਇੱਥੇ ਆਵੇ, ਚਾਹੇ ਕੋਈ ਆਇਲਟਸ ਕਰਨ ਆਇਆ, ਵੀਜ਼ਾ ਲੈਣ ਵਾਸਤੇ ਆਇਆ, ਤਾਂ ਉਹਨਾਂ ਦੇ ਸੁਪਨੇ ਪੂਰੇ ਹੋਣ। दर्शकों किंजय ये प्रदेशपुरम ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਨਾਲ ਜਿਹਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਚਲਾਈ ਹੈ ਔਰ ਵਿਦਿਆ ਦਾ ਦਾਨ ਦਿੱਤਾ ਹੈ, ਔਰ ਉਹ ਫੀਲਡ ਜਿਹੜਾ 50 ਸਾਲ ਪਹਿਲਾਂ ਅਡਾਪਟ ਕੀਤਾ ਗਿਆ ਸੀ, ਉਸੇ ਫੀਲਡ ਨੂੰ ਦੁਬਾਰਾ ਤੋਂ ਸੇਵਾਵਾਂ ਦੇ ਵਿੱਚ ਜਿਹੜੇ ਹੈਗੇ ਆਏ ਨੇ। ਸਾਡੀ ਮੁਰਾਦ ਆ ਸੈਣੀ ਜੀ ਦੇ ਨਾਲ, ਜਿਨ੍ਹਾਂ ਨੇ BBS ਦੇ ਨਾਮ ਦੇ ਨਾਲ ਜਿਹੜਾ ਸਕੂਲ ਹੈਗਾ ਉੱਥੇ ਸੇਵਾਵਾਂ ਆਪਣੀਆਂ ਦਿੱਤੀਆਂ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿਦਿਆਰਥੀ ਜਿਹੜੇ ਹੈਗੇ ਅੱਜ ਆਪਣੀ ਜ਼ਿੰਦਗੀ 'ਚ ਅੱਛੇ ਬਾਕਸਾਂ ਦੇ ਵਿੱਚ ਕੰਮ ਕਰ ਰਹੇ ਨੇ। ਉਸ ਤੋਂ ਬਾਅਦ ਇਮੀਗ੍ਰੇਸ਼ਨ ਤੇ ਆਈਲੈਟਸ ਦਾ ਜਿਹੜਾ ਇੱਥੇ ਸੇਵਾ ਸ਼ੁਰੂ ਹੋਈ। ਸਭ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਮਿਹਰਬਾਨੀ ਜੀ। ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਤੁਹਾਡੇ ਪੰਜਾਬ ਪਲਸ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਜੋ ਵੀ ਪ੍ਰਾਪਤੀਆਂ BBS ਗਰੁੱਪ ਨੇ ਕੀਤੀਆਂ ਹਨ ਉਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਇੱਕ ਪੰਛੀ ਝਾਤ ਪਾਵਾਂਗਾ। ਉਹਦੇ 'ਚ ਇਹ ਹੈ ਕਿ ਜਿਹੜਾ BBS ਦਾ ਨਾਮ ਹੈ ਜੀ, ਇਹ ਸਕੂਲ ਵਾਲੀ ਲਾਈਨ ਤੋਂ ਆਇਆ ਹੈ। ਸਾਡੇ ਬਲੂਮਿੰਗ ਬਰਡਸ ਗਰੁੱਪ ਆਫ ਸਕੂਲ ਦੇ ਨਾਂ 'ਤੇ 3 ਸਕੂਲ ਚੱਲ ਰਹੇ ਨੇ। ਜਿਹੜਾ ਇੱਕ ਪਹਿਲਾ ਸਕੂਲ ਜਿਹੜਾ ਹੈਗਾ ਸਭ ਤੋਂ ਪੁਰਾਣਾ ਉਹ ਤਲਵੰਡੀ ਬਗੇਰੀਆਂ ਵਿਖੇ ਹੈ। ਦੂਜਾ ਜਿਹੜਾ ਹੈਗਾ ਮੋਂਟੇਸੀ ਸਕੂਲ ਹੈ, ਬਲੂਮਿੰਗ ਬਰਡ ABC ਮੋਂਟੇਸੀ ਸਕੂਲ, ਉਹ ਆਪੋਜ਼ਿਟ ਬੱਸ ਸਟੈਂਡ ਚੱਲ ਰਿਹਾ ਹੈ। ਤੇ ਤੀਸਰਾ ਸਕੂਲ ਜਿਹੜਾ ਹੈਗਾ ਬਲੂਮਿੰਗ ਬਰਡ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਉਹ ਚੰਦ ਨਵੇਂ ਚੱਲ ਰਿਹਾ। ਔਰ ਜਿੱਥੋਂ ਤੱਕ ਜਿੱਥੇ ਆਪਾਂ ਬੈਠੇ ਹਾਂ ਇਹ ਇਮੀਗ੍ਰੇਸ਼ਨ ਦਾ ਆਫਿਸ ਹੈ। ਇੱਥੇ ਆਇਲਟ ਸੈਂਟਰ ਵੀ ਹੈ, PTE ਸੈਂਟਰ ਵੀ ਹੈ। ਔਰ ਇਹ ਜਿਹੜਾ ਸੈਂਟਰ ਹੈਗਾ, ਕਈ ਵਾਰੀ ਕਈ ਸੱਜਣ ਆਉਂਦੇ ਨੇ, ਉਹ ਕਈ ਵਾਰੀ ਪੁੱਛਦੇ ਨੇ ਕਿ ਸੈਣੀ ਸਾਹਿਬ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ। ਤੇ ਮੈਂ ਕਈ ਵਾਰੀ ਉਹਨਾਂ ਨੂੰ ਮੇਰੇ ਫੋਨ ਦੇ ਵਿੱਚ ਫੋਟੋਗ੍ਰਾਫ ਹੈ, ਮੈਂ ਦਿਖਾਉਂਦਾ ਹੁੰਦਾ, ਉਹ ਬਲੈਕ ਐਂਡ ਵਾਈਟ ਫੋਟੋਗ੍ਰਾਫ ਹੈ। ਦਰਅਸਲ ਉਹ ਫੋਟੋਗ੍ਰਾਫ ਮੇਰੇ ਫਾਦਰ ਸਾਹਿਬ ਦੀ ਹੈ, ਔਰ ਉਹ ਜਿਹੜਾ ਫੋਟੋਗ੍ਰਾਫ ਤੋਂ ਬੰਦੇ ਨੂੰ ਅੰਦਾਜ਼ਾ ਲੱਗ ਜਾਂਦਾ ਵੀ ਉਹ ਕਿੰਨੇ ਸਾਲ। ਉਹ ਐਕਚੁਅਲੀ ਜਿੰਨਾ ਓਲਡ ਮੈਂ ਹਾਂ ਤਕਰੀਬਨ ਓਨੀ ਓਲਡ ਹੀ ਫੋਟੋਗ੍ਰਾਫ ਹੈ। ਤਕਰੀਬਨ 50-52 ਸਾਲ ਮੇਰੀ ਉਮਰ ਹੈ ਤੇ ਇੰਨੀ ਓਲਡ ਉਹ ਫੋਟੋਗ੍ਰਾਫ ਹੈ। ਔਰ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਬੈਠੇ ਹੋਏ ਨੇ ਔਰ ਸੈਣੀ ਟਰੈਵਲ ਦੇ ਨਾਂ 'ਤੇ ਹੈ। ਤੇ ਪਰ ਜਿਹੜਾ BBS ਇਮੀਗ੍ਰੇਸ਼ਨ ਜਿਹੜਾ ਹੈਗਾ, ਇਹ ਸਰਵਿਸਿਜ਼ ਹੈਗੀਆਂ ਨੇ, ਚਾਹੇ ਉਹ ਇਮੀਗ੍ਰੇਸ਼ਨ ਦੀਆਂ ਨੇ, ਚਾਹੇ ਉਹ PT ਸੈਂਟਰ ਹੈਗਾ, ਚਾਹੇ ਟਿਕਟਿੰਗ ਹੈਗੀ ਹੈ, ਚਾਹੇ ਆਇਲਟ ਸੈਂਟਰ ਹੈ, ਇਹ ਸਾਰੀਆਂ ਜਿਹੜੀਆਂ ਹੈਗੀਆਂ ਪਿਛਲੇ ਤਕਰੀਬਨ 8-9 ਸਾਲ ਤੋਂ ਇਹ ਐਸਟੈਬਲਿਸ਼ਡ ਬ੍ਰਾਂਡ ਹੋਇਆ ਹੈ। ਪਹਿਲਾਂ ਫਾਦਰ ਸਾਹਿਬ ਵੇਲੇ ਜਿਹੜਾ ਸੀਗਾ, ਉਸ ਵੇਲੇ ਸਮਾਂ ਹੋਰ ਸੀ, ਉਸ ਵੇਲੇ ਟਰੈਵਲ ਏਜੰਸੀਜ਼ ਹੋਰ ਤਰੀਕੇ ਨਾਲ ਚੱਲਦੀਆਂ ਸੀ। ਉਸ ਵੇਲੇ ਦਾ ਨਾਂ ਸੈਣੀ ਟਰੈਵਲ ਸੀਗਾ। ਸੈਣੀ ਸਾਹਿਬ, ਕਿੱਦਾਂ ਤੁਹਾਡੇ ਮਾਈਂਡ 'ਚ ਆਇਆ ਕਿ ਦੁਬਾਰਾ ਤੋਂ ਅਸੀਂ ਇਸ ਫੀਲਡ ਨੂੰ ਚੂਜ਼ ਕਰੀਏ? ਕਿਉਂਕਿ ਬੱਚੇ ਜਿਹੜੇ ਹੈਗੇ ਉਹ ਪਲਾਨ ਕਰ ਰਹੇ ਸੀ ਬਾਹਰ ਜਾਣ ਨੂੰ, ਔਰ ਬੜਾ ਬੰਦੇ ਦੇ ਮਨ 'ਚ ਜਿਹੜੇ ਨੇ ਬਾਹਰ ਜਾਣਾ, ਇਮੀਗ੍ਰੇਸ਼ਨ ਦਾ ਜਦੋਂ ਨਾਮ ਆਉਂਦਾ ਤੇ ਬੰਦੇ ਦੇ ਮਨ ਦੇ ਵਿੱਚ ਝਰਨਾਹਟ ਜੀ ਹੁੰਦੀ ਆ, ਯਾਰ ਵੀ ਇਮੀਗ੍ਰੇਸ਼ਨ ਇੱਕ ਐਸਾ ਫੀਲਡ ਹੈ ਜਿਹ 'ਚ ਡਰ ਜਿਹਾ ਲੱਗਦਾ ਲੋਕਾਂ ਨੂੰ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਵਿਸ਼ਵਾਸ ਖੱਟਿਆ ਔਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸਕੂਲਿੰਗ ਦੇ ਵਿੱਚ ਸੇਵਾਵਾਂ ਦਿੱਤੀਆਂ, ਔਰ ਹਮੇਸ਼ਾ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਬਖਸ਼ੀ ਹੈਗੀ ਆ, ਕੀ ਕਹਿਣਾ ਚਾਹੋਗੇ ਕਿ ਉਸੇ ਫੀਲਡ ਨੂੰ ਲੈ ਕੇ ਸੋਚ ਕੇ ਕਿ ਇਹ ਜਿਹੜੀ ਇੰਡਸਟਰੀ ਹੈ ਇਹਦੇ ਵਿੱਚ ਵੀ ਇੱਕ ਬਹੁਤ ਵਧੀਆ ਲੋਕਾਂ ਨੂੰ ਵਰਕ ਦਿੱਤਾ ਜਾਵੇ? ਰਿਸ਼ਤ ਜੀ, ਗੱਲ ਇਸ ਤਰ੍ਹਾਂ ਹੈਗਾ, ਬਿਲਕੁਲ ਤੁਸੀਂ ਬਹੁਤ ਇੱਕ ਮਾਕੂਲ ਸਵਾਲ ਪੁੱਛਿਆ ਹੈ ਮੈਨੂੰ। ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪਹਿਲਾਂ ਅਸੀਂ ਜਿਸ ਵੇਲੇ ਸਕੂਲ ਸਟਾਰਟ ਕੀਤਾ ਵੇ ਬੈਕ ਇਨ 6-7 ਦੇ ਵਿੱਚ, ਉਸ ਵੇਲੇ ਇੰਨਾ ਜ਼ਿਆਦਾ ਸਕੋਪ ਨਹੀਂ ਸੀ ਸਟੂਡੈਂਟਸ ਵਗੈਰਾ ਦਾ। ਪਰ ਉਸ ਤੋਂ ਤਕਰੀਬਨ 2 ਸਾਲ ਬਾਅਦ ਹੀ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ ਜਿਹੜਾ ਸੀਗਾ ਉਹ ਸਟੂਡੈਂਟ ਵੀਜ਼ਾ ਓਪਨ ਕੀਤਾ ਤੇ ਵਰਕ ਪਰਮਿਟਸ ਜ਼ਿਆਦਾ ਕੁਆਂਟਮ ਦੇ ਵਿੱਚ ਓਪਨ ਕੀਤੇ।
ਉਸ ਵੇਲੇ ਅਸੀਂ ਜਿਹੜਾ ਸੀਗਾ ਇਸ ਚੀਜ਼ ਨੂੰ ਸ਼ੁਰੂਆਤ ਕੀਤੀ ਔਰ ਸ਼ੁਰੂਆਤ ਦੇ ਵਿੱਚ ਅਸੀਂ ਬਹੁਤ ਇੱਕ ਵੱਡੀ ਕੁਆਂਟੀਟੀ ਦੇ ਵਿੱਚ ਬੱਚੇ ਜਿਹੜੇ ਸੀਗੇ ਔਨ ਐਜੂਕੇਸ਼ਨ ਬੇਸ ਆਸਟ੍ਰੇਲੀਆ ਭੇਜੇ। ਔਰ ਮੈਂ 2004 ਦੇ ਵਿੱਚ ਬਿਫੋਰ ਓਪਨਿੰਗ ਦ ਸਕੂਲ ਮੈਂ ਇੱਕ ਵਾਰੀ ਟ੍ਰੇਡ ਡੈਲੀਗੇਸ਼ਨ ਵੀ ਲੀਡ ਕਰਕੇ ਲੈ ਗਿਆ ਸੀ ਆਸਟ੍ਰੇਲੀਆ, ਕਿਉਂਕਿ ਉੱਥੋਂ ਦੀ ਸਰਕਾਰ ਨੇ ਸਾਨੂੰ ਇੱਕ ਇਨਵੀਟੇਸ਼ਨ ਭੇਜਿਆ ਸੀ। ਉਸ ਵੇਲੇ ਉੱਥੋਂ ਦੇ ਮਿਨਿਸਟਰ ਫॉर ਮਲਟੀ ਕਲਚਰ ਮਿਸਟਰ ਗੈਰੀ ਹਾਰਡਗ੍ਰੇਵ ਸੀ, ਉਹਨਾਂ ਦੀ ਪਿਕਚਰ ਮੇਰੇ ਲੱਗੀ ਵੀ ਹੋਈ ਆਫਿਸ ਦੇ ਵਿੱਚ। ਉਹਨਾਂ ਨੇ ਸਾਨੂੰ ਇੱਕ ਇਨਵੀਟੇਸ਼ਨ ਦਿੱਤਾ ਸੀ, ਮੈਂ ਉੱਥੇ ਗਿਆ ਸੀ ਅਤੇ ਉੱਥੋਂ ਮੈਂ ਫਿਰ ਸਾਰਾ ਕੁਝ ਸਮਝ ਕੇ ਆਇਆ ਸੀ ਉਸ ਵੇਲੇ ਵੀ ਕਿਸ ਤਰ੍ਹਾਂ ਆਸਟ੍ਰੇਲੀਆ ਜਿਹੜਾ ਹੈਗਾ ਐਜੂਕੇਸ਼ਨ ਪ੍ਰਮੋਟ ਕਰ ਰਿਹਾ ਔਰ ਇੱਕ ਸੈਗਮੈਂਟ ਇਹਨਾਂ ਨੇ ਖੋਲ੍ਹਿਆ ਹੈ ਖਾਸ ਕਰਕੇ ਸਾਊਥ ਏਸ਼ੀਅਨ ਸਟੂਡੈਂਟਸ ਵਾਸਤੇ। ਅਤੇ ਉਹਦਾ ਪੂਰਾ ਲਾਭ ਅਸੀਂ ਉਸ ਵੇਲੇ ਜਿੰਨੇ ਵੀ ਸਾਡੇ ਨਾਲ ਐਸੋਸੀਏਟ ਜਿਹੜੇ ਪਰਸਨ ਸੀਗੇ ਜਾਂ ਜਿੰਨੇ ਵੀ ਬੱਚੇ ਸਾਡੇ ਕੋਲ ਜਿਨ੍ਹਾਂ ਨੇ ਪਹੁੰਚ ਕੀਤੀ ਉਹ ਸਾਰੇ ਦੇ ਸਾਰੇ ਅੱਜ ਵੈਲ ਸੈਟਲਡ ਨੇ ਉੱਥੇ। ਫਿਰ ਇੱਕ ਸਮਾਂ ਇੱਦਾਂ ਦਾ ਆਇਆ ਉਸ ਵੇਲੇ ਆਸਟ੍ਰੇਲੀਆਜ਼ ਦੇ ਜਿਹੜੇ ਇਮੀਗ੍ਰੇਸ਼ਨ ਲਾਜ਼ ਸੀ ਉਹ ਕਾਫੀ ਸਖਤ ਹੋ ਗਏ, ਚੇਂਜ ਹੋ ਗਏ ਔਰ ਫਿਰ ਹੋਰ ਕੰਟਰੀਜ਼ ਨੇ ਜਿਵੇਂ ਆਪਾਂ ਕਹਿੰਦੇ ਯੂਰਪੀਅਨ ਕੰਟਰੀਜ਼ ਨੇ ਜਾਂ ਕੈਨੇਡਾ ਨੇ, ਇਹਨਾਂ ਨੇ ਦੁਆਰਾ ਖੋਲ੍ਹਿਆ। ਪਰ ਉਸ ਵੇਲੇ ਇੱਕ ਵਾਰੀ ਅਸੀਂ ਇਸ ਚੀਜ਼ ਨੂੰ ਕਲੋਜ਼ ਕਰ ਦਿੱਤਾ ਸੀ। ਪਰ ਫਿਰ ਕੀ ਹੋਇਆ ਕਿ ਇੱਕ ਜਦੋਂ ਆਪਾਂ ਕਹਿੰਦੇ ਹਾਂ ਕਿ ਮਾਹੌਲ ਬਣਿਆ ਪੰਜਾਬ ਦੇ ਵਿੱਚ ਅਤੇ ਨੇਬਰਿੰਗ ਸਟੇਟ ਦੇ ਵਿੱਚ ਦੁਆਰਾ ਫਿਰ ਬੱਚਿਆਂ ਦਾ ਬਾਹਰ ਜਾਣ ਦਾ ਰੁਝਾਨ ਇੱਕ ਬਹੁਤ ਪੀਕ 'ਤੇ ਪਹੁੰਚਿਆ। ਬਹੁਤ ਸਾਰੇ ਜਿਹੜੇ ਮੇਰੇ ਸਕੂਲ ਦੇ ਪਾਸ ਆਊਟ ਬੱਚੇ ਸੀ ਗ੍ਰੇਡ 12 ਦੇ, ਉਹਨਾਂ ਨੇ ਔਰ ਉਹਨਾਂ ਦੇ ਪੇਰੈਂਟਸ ਨੇ ਮੈਨੂੰ ਦੁਬਾਰਾ ਅਪਰੋਚ ਕੀਤਾ ਕਿ ਸੈਣੀ ਸਾਹਿਬ ਹੁਣ ਸਾਨੂੰ ਤੁਹਾਡੀ ਲੋੜ ਹੈ ਅਤੇ ਤੁਸੀਂ ਹੁਣ ਇਹ ਕੰਮ ਬੰਦ ਕਰਕੇ ਬੈਠ ਗਏ, ਤੁਸੀਂ ਇਹਨੂੰ ਦੁਬਾਰਾ ਓਪਨ ਕਰੋ, ਸਾਨੂੰ ਬੜੀ ਇਹਦੀ ਲੋੜ ਹੈ। ਸੋ ਫਿਰ ਮੈਂ ਉਹਨਾਂ ਦੇ ਜਿਹੜੇ ਸੁਜੈਸ਼ਨਸ ਸੀ ਉਹਨੂੰ ਕੰਸੀਡਰ ਕਰਦਿਆਂ ਹੋਇਆਂ ਦੁਬਾਰਾ ਇਹਨੂੰ ਫਿਰ ਰੀਫਾਊਂਡ ਕੀਤਾ ਔਰ ਦੁਬਾਰਾ ਇਹਨੂੰ ਇਸਟੈਬਲਿਸ਼ ਕੀਤਾ। ਔਰ ਹੁਣ ਜਦੋਂ ਕਿ ਸਾਡੇ ਜਿਹੜੇ ਹੈਗੇ ਆ ਸਾਡੇ ਨਾਲ ਜਿਹੜੇ ਐਸੋਸੀਏਟ ਨੇ ਔਰ ਸਾਡੇ ਫੈਮਿਲੀ ਮੈਂਬਰ ਵੀ ਨੇ, ਮਿਸਟਰ ਕੁਲਜਿੰਦਰ ਹੈਰੀ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ, ਉਹ ਉੱਥੋਂ ਦੇ ਇਮੀਗ੍ਰੇਸ਼ਨ ਲਾਇਰ ਨੇ ਔਰ ਸਾਨੂੰ ਅਸਿਸਟ ਕਰਦੇ ਨੇ। ਜਿਹੜੇ ਆਸਟ੍ਰੇਲੀਆ ਦੀਆਂ ਜਿੰਨੀਆਂ ਵੀ ਵੀਜ਼ਾ ਕੰਪਲੀਕੇਸ਼ਨਸ ਹੁੰਦੀਆਂ ਨੇ ਜਾਂ ਵੀਜ਼ਾ ਦੇ ਜਿਹੜੇ ਪੁਆਇੰਟਸ ਨੇ ਜਾਂ ਜਿਹੜੀਆਂ ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ ਕਰਨਾ ਹੈ ਉਹ ਸਾਰੇ ਦਾ ਜਿਹੜਾ ਦੇਖ ਰੇਖ ਉਹ ਕਰਦੇ ਨੇ, ਉੱਥੋਂ ਸਿਡਨੀ ਤੋਂ ਉਹ ਆਪਰੇਟ ਕਰਦੇ ਨੇ। ਇਵੇਂ ਹੀ ਸਾਡੇ ਮਿਸਟਰ ਅਨਮੋਲ ਅਗਰਵਾਲ ਨੇ, ਉਹ ਬਰੰਪਟਨ ਬੇਸਡ ਨੇ ਜੀ ਔਰ ਉਹ ਵੀ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਲਾਇਰ ਨੇ ਔਰ ਕੁਆਲੀਫਾਈਡ ਨੇ ਔਰ ਲਿਸਟਡ ਲਾਇਰ ਨੇ ਔਰ ਉਹ ਸਾਡਾ ਸਾਰਾ ਕੰਮ ਜਿਹੜਾ ਹੈਗਾ ਉੱਥੇ ਦੇਖਦੇ ਨੇ। ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਚੈਲੰਜ ਆਉਂਦਾ ਹੈ ਉੱਥੇ, ਚਾਹੇ ਉਹ PR ਦੇ ਲਈ ਆਉਂਦਾ ਹੈ, ਟੈਂਪਰੇਰੀ ਰੈਜ਼ੀਡੈਂਸੀ ਲਈ ਆਉਂਦਾ ਹੈ, ਵਰਕ ਪਰਮਿਟ ਲਈ ਆਉਂਦਾ ਹੈ ਜਾਂ ਯੂਨੀਵਰਸਿਟੀ ਦਾ ਕੋਈ ਇਸ਼ੂ ਹੁੰਦਾ ਹੈ, ਉਹ ਸਾਰੇ ਨੂੰ ਉਹ ਉੱਥੇ ਦੇਖਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲੇ ਡਿਫਰੈਂਟ ਕੰਟਰੀਜ਼ ਦੇ ਵਿੱਚ ਪਰਸਨਸ ਨੇ ਔਰ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਜਿਹੜਾ ਹੈਗਾ ਤੁਹਾਡਾ ਮਾਮਲਾ ਬੜਾ ਐਕਸਪੀਡੀਟ ਹੋ ਜਾਂਦਾ ਹੈ ਔਰ ਉਹਦੇ ਨਾਲ ਵੀਜ਼ਾ ਪ੍ਰੋਸੈਸ ਵੀ ਫਾਸਟ ਹੋ ਜਾਂਦਾ ਹੈ ਔਰ ਜਿਹੜੇ ਕਲਾਇੰਟਸ ਵੀ ਹੁੰਦੇ ਨੇ ਉਹਨਾਂ ਵਿੱਚ ਵੀ ਕਾਸ ਵੱਜਦੀ ਕਿ ਇਹਨਾਂ ਦਾ ਬੇਸ ਜਿਹੜਾ ਹੈਗਾ ਓਵਰਸੀਜ਼ ਵੀ ਹੈਗਾ ਔਰ ਜੇ ਸਾਨੂੰ ਕੋਈ ਫਰਦਰ ਸਮੱਸਿਆ ਵੀ ਆਉਂਦੀ ਹੈ ਤਾਂ ਉਹਦਾ ਇੱਕ ਟਰਸਟ ਹੁੰਦਾ ਕਿ ਸਾਨੂੰ ਇਹ ਸੰਭਾਲ ਲੈਣਗੇ। ਸੈਣੀ ਸਾਹਿਬ, ਤੁਹਾਡਾ ਇੱਕ ਜਿਸ ਤਰੀਕੇ ਦੇ ਨਾਲ ਨੈਟਵਰਕ ਜਿਹੜਾ ਹੈਗਾ ਹਰ ਕੰਟਰੀ 'ਚ ਬਣਿਆ ਹੋਇਆ, ਬੱਚੇ ਚਾਹੇ ਉਹ ਆਪਣੇ ਤੋਂ ਵੀਜ਼ਾ ਲਵਾ ਕੇ ਗਏ ਹੈ ਜਾਂ ਨਹੀਂ ਗਏ, ਲੇਕਿਨ BBS ਦੇ ਬੱਚੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਅੱਜ, ਕਿਉਂਕਿ ਪਿੰਡੂ ਏਰੀਆ ਦੇ ਵਿੱਚ ਤੁਸੀਂ ਉਹ ਜਿਹੜਾ ਸਟਾਰਟ ਕੀਤਾ ਸੀਗਾ ਤਲਵੰਡੀ ਭੰਗੇਰੀਆਂ ਦੇ ਵਿਖੇ, ਔਰ ਉਸ ਕਾਰਨ ਕਿ ਅੱਜ ਤੁਹਾਡੇ ਸਾਰੇ ਵਰਲਡ ਦੇ ਵਿੱਚ ਹੀ ਜਿੰਨੇ ਵੀ ਦੇਸ਼ ਤਕਰੀਬਨ ਹੈਗੇ ਉੱਥੇ ਤੁਹਾਡੇ ਬੱਚੇ ਗਏ ਹੋਏ ਨੇ ਔਰ ਉੱਥੇ ਵੀ ਤੁਹਾਡਾ ਨੈਟਵਰਕ ਅੱਜ ਵੀ ਤੁਹਾਡੇ ਨਾਲ ਅਟੈਚ ਨੇ। ਜਦੋਂ ਸਕੂਲਿੰਗ ਦੀ ਗੱਲ ਚੱਲਦੀ ਆ, ਇਹ ਵੀ ਇੱਕ ਬਹੁਤ ਇੱਕ ਪੋਜ਼ਿਟਿਵਿਟੀ ਹੈ ਬੱਚਿਆਂ ਦੇ ਲਈ, ਕਿਉਂਕਿ ਜਦੋਂ ਜਾਂਦੇ ਆ ਤਾਂ ਉਹਨੂੰ ਨੈਟਵਰਕ BBS ਦਾ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡਾ ਇਹ ਨਾਲ ਜਿਹੜਾ ਐਸੋਸੀਏਟ ਆਇਆ। ਦੇਖੋ ਸਰ, ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ, ਸਾਡੀ ਇੱਕ ਬੜਾ ਹੀ ਇੱਕ ਐਜੂਕੇਸ਼ਨਿਸਟ ਦਾ ਜਿਹੜਾ ਪ੍ਰੋਫੈਸ਼ਨ ਹੈ ਬੜਾ ਹੀ ਇੱਕ ਰੁਤਬੇ ਵਾਲਾ ਔਰ ਬੜਾ ਇੱਕ ਪਾਕ ਪਵਿੱਤਰ ਪ੍ਰੋਫੈਸ਼ਨ ਹੈ। ਔਰ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਹਾਂ ਕਿ ਅਸੀਂ ਇੱਕ ਫੋਕਸ ਕਰਦੇ ਹਾਂ, ਅਸੀਂ ਕੀ ਕਰਦੇ ਹਾਂ ਜੀ, ਅਸੀਂ ਬੱਚੇ ਦੀ ਓਵਰਆਲ ਡਿਵੈਲਪਮੈਂਟ ਦੇ ਉੱਤੇ ਫੋਕਸ ਕਰਦੇ ਹਾਂ। ਜੇ ਤੁਸੀਂ ਮੇਰੇ ਕੈਂਪਸ ਵਿੱਚ ਵਿਜ਼ਿਟ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਸਾਡੇ ਕੋਲੇ 37 ਇੰਡੀਪੈਂਡੈਂਟ ਗੇਮਸ ਨੇ ਔਰ 21 ਟਰੈਕ ਐਂਡ ਫੀਲਡ ਇਵੈਂਟਸ ਨੇ। ਇਟ ਮੀਨਸ ਜੇ ਬੱਚੇ ਨੇ ਉੱਥੇ ਪੜ੍ਹਨਾ ਹੈ ਅਕੈਡਮਿਕਸ ਤੋਂ ਇਲਾਵਾ ਉਹਦੇ ਕੋਲ 58 ਚੋਇਸਿਸ ਨੇ, ਜਿਹਨੇ ਗੇਮ ਖੇਡਣੀ ਹੈ ਤਾਂ ਜਿਹਨੇ ਸਪੋਰਟਸ ਐਕਟੀਵਿਟੀ 'ਚ ਜਾਣਾ। ਤਾਂ ਉਹਦਾ ਜਿਹੜਾ ਹੈਗਾ ਇੱਕ ਜਦੋਂ ਸਪੋਰਟਸ ਦੇ ਵਿੱਚ ਬੱਚਾ ਜਾਂਦਾ ਹੈਗਾ ਤਾਂ ਉਹਦਾ ਇੱਕ ਵੱਖਰਾ ਹੀ ਜਿਹੜਾ ਕੌਨਫੀਡੈਂਸ ਬਿਲਡ ਹੁੰਦਾ ਹੈ ਔਰ ਵੱਖਰੀ ਹੀ ਉਹਦੇ ਵਿੱਚ ਇੱਕ ਸਪਿਰਿਟ ਬਿਲਡਅਪ ਹੁੰਦੀ ਹੈ। ਔਰ ਉਹ ਸਪਿਰਿਟ ਮੈਂ ਜਦੋਂ ਓਵਰਸੀਜ਼ ਜਾਂਦਾ ਹੈ, ਕਿਉਂਕਿ ਹਰ ਸਾਲ ਮੇਰੇ 2-3 ਚੱਕਰ ਆਸਟ੍ਰੇਲੀਆ, 1-2 ਵਾਰ ਮੈਨੂੰ ਓਵਰਸੀਜ਼ ਜਾਣਾ ਹੀ ਪੈਂਦਾ ਹੈ ਹਰ ਸਾਲ। ਤੋ ਉਹ ਉੱਥੇ ਜਦੋਂ ਇਸ ਗੱਲ ਦੀ ਪਤਾ ਲੱਗਦਾ ਹੈ ਕਿ ਮੈਂ ਉੱਥੇ ਆ ਰਿਹਾ, ਤਾਂ ਬਹੁਤ ਸਾਰੇ ਜਿਹੜੇ ਮੇਰੇ ਸਟੂਡੈਂਟ ਰਹੇ ਨੇ ਜਾਂ ਜਿਹੜੇ ਉੱਥੇ ਐਸਟੈਬਲਿਸ਼ ਹੋ ਚੁੱਕੇ ਨੇ ਜਾਂ ਜਿਨ੍ਹਾਂ ਨਾਲ ਮੇਰਾ ਵਾਹ ਵਾਸਤਾ ਰਿਹਾ ਹੈ, ਉਹ ਸਾਰੇ ਬੰਦਿਆਂ ਦੀ ਕੋਸ਼ਿਸ਼ ਹੁੰਦੀ ਵੀ ਮੇਰੇ ਨਾਲ ਇੱਕ ਵਾਰੀ ਮੁਲਾਕਾਤ ਜ਼ਰੂਰ ਕੀਤੀ ਜਾਵੇ। ਅਤੇ ਫਿਰ ਮੈਨੂੰ ਜਦੋਂ ਮੈਂ ਉਹਨਾਂ ਨੂੰ ਮਿਲਦਾ ਤਾਂ ਮੈਨੂੰ ਪਤਾ ਲੱਗਦਾ ਕਿ ਸੱਚਮੁੱਚ ਹੀ ਮੈਂ ਕੁਛ ਖੱਟਿਆ ਅਤੇ ਜ਼ਿੰਦਗੀ ਵਿੱਚ ਇਹ ਖੱਟਿਆ ਹੈ। ਕਿਉਂਕਿ ਜਿਹੜੀ ਗੇਮਸ ਨੂੰ
ਐਜੂਕੇਸ਼ਨ ਦੇ ਨਾਲ ਪ੍ਰਮੋਟ ਕਰਨਾ। ਅਸੀਂ ਜੇ ਸਕੂਲ ਵਿੱਚ ਤੁਸੀਂ ਆਓਗੇ ਤੁਸੀਂ ਦੇਖੋਗੇ ਕਿ ਅਸੀਂ ਜਿਸ ਤਰੀਕੇ ਨਾਲ ਅਕੈਡਮਿਕਸ ਦਿੰਦੇ ਹਾਂ ਉਸ ਤੋਂ ਵੀ ਵੱਧ ਬਲ ਦੇ ਨਾਲ ਅਸੀਂ ਗੇਮਸ ਦਾ ਇਨਫਰਾਸਟਰਕਚਰ ਬਣਾਇਆ, ਚਾਹੇ ਉਹ ਕ੍ਰਿਕਟ ਦੀ ਪਿੱਚ ਹੋਵੇ ਜਿਹੜੀ ਗਰਾਊਂਡ ਦੇ ਵਿੱਚ ਬਣੀ ਹੋਈ ਆ, ਉੱਥੇ ਇੰਟਰ ਡਿਸਟ੍ਰਿਕਟ ਮੈਚਸ ਹੁੰਦੇ ਰਹਿੰਦੇ ਨੇ, ਸਟੇਟ ਲੈਵਲ ਦੇ ਮੈਚਸ ਹੁੰਦੇ ਰਹਿੰਦੇ ਨੇ, ਔਰ ਅਸੀਂ ਜਿਹੜੀ ਉਹ ਗਰਾਊਂਡ ਹੈਗੀ ਆ ਉਹਨੂੰ ਨਾਲ PCA ਦੇ ਨਾਲ ਐਫੀਲੀਏਟ ਕੀਤਾ ਹੋਇਆ ਹੈ। ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜੀ ਸਾਡੀ ਇਨਡੋਰ ਸ਼ੂਟਿੰਗ ਰੇਂਜ ਹੈਗੀ ਹੈ ਉਹ ਬਣਾਈ ਹੋਈ ਹੈ, ਸੇਮ ਇਨਫਰਾਸਟਰਕਚਰ ਹੈ। ਜੇ ਤੁਸੀਂ ਫਾਇਰ ਕਰੋਗੇ ਉੱਤੇ ਤਾਂ ਤੁਹਾਡਾ ਜਿਹੜਾ ਰਿਜ਼ਲਟ ਹੈ ਜਿਵੇਂ ਓਲੰਪਿਕ ਵਿੱਚ ਇਲੈਕਟ੍ਰੋਨਿਕ ਮੋਨੀਟਰ ਦੇ ਉੱਤੇ ਆਉਂਦਾ, ਲੈਪਟਾਪ 'ਤੇ ਆਉਂਦਾ, ਉਵੇਂ ਆਏਗਾ। ਇਵੇਂ ਆਰਚਰੀ ਦੇ ਇਕਵਿਪਮੈਂਟ ਨੇ ਉਹ ਵੀ ਵਰਲਡ ਕਲਾਸ ਦੇ ਨੇ, ਚਾਹੇ ਉਹ ਬੋਜ਼ ਨੇ, ਐਰੋਜ਼ ਨੇ, ਜੋ ਇੰਟਰਨੈਸ਼ਨਲ ਲੈਵਲ ਬ੍ਰਾਂਡ ਹੈ ਉਹ ਅਵੇਲੇਬਲ ਹੈ। ਔਰ ਬੈਡਮਿੰਟਨ ਦੇ ਇੰਡੋਰ ਕੋਰਟਸ ਨੇ, ਸਾਡੇ ਕੋਲ ਵੁਡਨ ਕੋਰਟਸ ਬਣੇ ਹੋਏ ਨੇ ਜੋ ਤੁਹਾਨੂੰ ਚਾਹੀਦੀ ਇੰਟਰਨੈਸ਼ਨਲ ਲੈਵਲ ਦੀਆਂ ਫੈਸਿਲਿਟੀਜ਼ ਨੇ। ਬਾਕਸਿੰਗ ਜਿਹੜਾ ਰਿੰਗ ਬਣਾਇਆ ਹੋਇਆ ਹੈ, ਔਰ ਹਰ ਪ੍ਰਕਾਰ ਦੀ ਜਿਸ ਤਰ੍ਹਾਂ ਲੌਨ ਟੈਨਿਸ ਹੈ ਉਹਦਾ ਕਲੇ ਕੋਰਟ ਬਣਿਆ ਹੋਇਆ ਹੈ, ਔਰ ਹਰ ਪ੍ਰਕਾਰ ਦੀ ਇਸ ਚੀਜ਼ ਜਿਹੜੀ ਹੈਗੀ ਇਨਫਰਾਸਟਰਕਚਰ ਜਿਹੜਾ ਹੈਗਾ ਉਹ ਬਣਾਇਆ ਹੋਇਆ, ਤਾਂ ਕਿ ਜਿਹੜਾ ਬੱਚਾ ਹੈ ਉਹਦੀ ਡਿਵੈਲਪਮੈਂਟ ਜਿਹੜੀ ਆ ਸੱਚਮੁੱਚ ਜੋ ਕਿ ਸਰਬਪੱਖੀ ਵਿਕਾਸ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਓਵਰਆਲ ਡਿਵੈਲਪਮੈਂਟ ਉਹ ਹੋਵੇ। ਉਹ ਜਦੋਂ ਹੁੰਦੀ ਹੈ ਤਾਂ ਫਿਰ ਇੱਕ ਤੁਹਾਨੂੰ ਵੀ ਇੱਕ ਤੁਹਾਡੀ ਇੰਟਰਨਲ ਜਾਂ ਮੈਂਟਲ ਸੈਟਿਸਫੈਕਸ਼ਨ ਮਿਲਦੀ ਹੈ ਕਿ ਤੁਸੀਂ ਜੋ ਕੀਤਾ ਔਰ ਸੱਚਮੁੱਚ ਉਹਦਾ ਜਿਹੜਾ ਰੰਗ ਰੂਪ ਨਿਖਰ ਕੇ ਸਾਹਮਣੇ ਆਇਆ। ਸੰਜੀਵ ਜੀ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਲਈਏ ਕਰੋਨਾ ਦੇ ਮਾਰਾਂ ਜਿਹੜੀਆਂ ਹੈਗੀਆਂ ਆਪਣੇ ਹਿੰਦੁਸਤਾਨੀਆਂ ਨੇ ਤਾਂ ਸਾਰੇ ਵਰਲਡ ਨੇ ਝੱਲੀਆਂ, ਔਰ ਉਹਨਾਂ ਮਾਰਾਂ ਦੇ ਵਿੱਚ ਵੀ ਤੁਹਾਡੇ ਲਈ ਆਨਲਾਈਨ ਸਟੱਡੀ ਜਿਹੜੀ ਹੈਗੀ ਆ ਉਹ ਕੋਈ ਨਵੀਂ ਚੀਜ਼ ਨਹੀਂ ਸੀਗੀ, ਕਿਉਂਕਿ ਤੁਸੀਂ ਪਹਿਲਾਂ ਸਕੂਲਿੰਗ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਪ੍ਰਮੋਸ਼ਨ ਜਿਹੜੀ ਆ ਸਮਾਰਟ ਕਲਾਸਰੂਮ ਦੀ ਗੱਲ ਕਰ ਲਈਏ, ਆਨਲਾਈਨ ਚੀਜ਼ਾਂ ਦੀ ਗੱਲ ਕਰ ਲਈਏ ਤਾਂ ਤੁਹਾਡੇ ਲਈ ਬੜੀਆਂ ਈਜ਼ੀ ਸੀਗੀਆਂ, ਔਰ ਉਹੀ ਚੀਜ਼ਾਂ ਨੂੰ ਤੁਸੀਂ ਐਪਲੀਕੇਬਲ ਕੀਤਾ, ਚਾਹੇ ਉਹ ਸਕੂਲਾਂ ਦੀ ਗੱਲ ਹੋਵੇ, ਸਕੂਲ 'ਚ ਵੀ ਤੁਸੀਂ ਬੱਚਿਆਂ ਨੂੰ ਨਾਉਬਨ ਦਿੱਤਾ, ਉਸੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਆਨਲਾਈਨ ਗੇਮਸ ਵੀ ਖਿਲਾਉਂਦੇ ਰਹੇ, ਔਰ ਉਸੇ ਤਰੀਕੇ ਦੇ ਨਾਲ ਆਈਲੈਟਸ ਦੇ ਜੇ ਆਪਾਂ ਗੱਲ ਕਰ ਲਈਏ ਤਾਂ ਬੱਚਿਆਂ ਨੂੰ ਬਹੁਤ ਥੋੜ੍ਹਾ ਮਤਲਬ ਜਿਹੜਾ ਹੈਗਾ ਬੱਚਿਆਂ ਨੂੰ ਉਸ ਚੀਜ਼ ਦੇ ਵਿੱਚ ਸਫ਼ਰ ਕਰਨਾ ਪਿਆ। ਦੇਖੋ ਸਰ, ਗੱਲ ਇਹ ਆ ਕਿ ਨੋ ਡਾਊਟ ਇੱਕ ਬਹੁਤ ਵੱਡਾ ਚੈਲੰਜ ਦੁਨੀਆ ਦੇ ਸਾਹਮਣੇ ਆਇਆ ਜਿਹਨੂੰ ਅਸੀਂ ਕੋਵਿਡ-19 ਪੈਂਡੈਮਿਕ ਕਹਿੰਦੇ ਹਾਂ, ਔਰ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਫੀਲਡ ਸਫ਼ਰ ਕੀਤੀ ਤਾਂ ਉਹ ਐਜੂਕੇਸ਼ਨ ਦੀ ਲਾਈਨ ਸੀ, ਕਿਉਂਕਿ ਸਕੂਲਸ ਆਰ ਫਸਟ ਟੂ ਕਲੋਜ਼ ਐਂਡ ਲਾਸਟ ਟੂ ਓਪਨ ਸੀ। ਸਭ ਤੋਂ ਪਹਿਲਾਂ ਬੰਦ ਹੋਏ, ਸਭ ਤੋਂ ਅਖੀਰ 'ਤੇ ਖੁੱਲ੍ਹੇ। ਹੁਣ ਉਹਦੇ ਲਈ ਐਜੂਕੇਸ਼ਨਿਸਟ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਉਤਪੰਨ ਹੋ ਗਿਆ ਵੀ ਹੁਣ ਕਰੀਏ ਕੀ। ਬੱਚੇ ਜਿਹੜੇ ਸੀਗੇ ਉਹਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ, ਘਰੋਂ ਬਾਹਰ ਨਹੀਂ ਆ ਸਕਦੇ, ਸਕੂਲਸ ਨੂੰ ਕਲੋਜ਼ ਕਰ ਦਿੱਤਾ ਗਿਆ। ਤਾਂ ਫਿਰ ਉਸ ਸਮੇਂ ਕੀ ਹੋਇਆ ਕਿ ਇੱਕੋ ਹੀ ਆਪਸ਼ਨ ਰਹਿ ਗਈ ਕਿ ਜਿਹੜੀ ਆਪਾਂ ਕਹਿ ਸਕਦੇ ਆਨਲਾਈਨ ਐਜੂਕੇਸ਼ਨ। ਆਨਲਾਈਨ ਐਜੂਕੇਸ਼ਨ ਦੇ ਵੀ ਕਈ ਤਰੀਕੇ ਸੀ, ਜਿਸ ਤਰ੍ਹਾਂ ਕਈ ਬਹੁਤ ਸਾਰੇ ਜਿਹੜੇ ਸਾਡੇ ਐਜੂਕੇਸ਼ਨਿਸਟ ਭਰਾ ਨੇ ਉਹਨਾਂ ਨੇ ਆਪਣੇ ਸਿਸਟਮ ਦੇ ਨਾਲ ਕੋਈ WhatsApp ਗਰੁੱਪ ਬਣਾ ਕੇ ਜਾਂ ਟੀਚਰਸ ਦੇ ਨਾਲ ਨੰਬਰ ਸ਼ੇਅਰ ਕਰਕੇ ਉੱਥੋਂ ਲਾਈਨ ਕਲਾਸਿਸ ਚਲਾਈਆਂ। ਪਰ ਅਸੀਂ ਜਿਹੜਾ ਸੀਗਾ ਇੱਕ ਜੋ ਪਰਮਿਸਿਬਲ ਸੀਗਾ ਉਹ ਉਸ ਹਿਸਾਬ ਨਾਲ ਸਕੂਲ ਕੈਂਪਸ ਦੇ ਵਿੱਚ ਅਸੀਂ ਕਲਾਸਿਸ ਨੂੰ ਏਅਰ ਕਰਕੇ ਤਕਰੀਬਨ ਸਾਡੀਆਂ 19 ਕਲਾਸਿਸ ਜਿਹੜੀਆਂ ਸੀ ਨਰਸਰੀ ਤੋਂ ਲੈ ਕੇ ਗ੍ਰੇਡ 12 ਤੱਕ ਉਹ ਏਅਰ ਹੁੰਦੀਆਂ ਸੀ। ਔਰ ਇਹ ਸਮਝ ਲਓ ਕਿ ਇੱਕ ਮੋਟਾ ਜੇ ਆਪਾਂ ਸਮਝਣਾ ਹੋਵੇ ਕਿ ਅਸੀਂ ਉਸ ਟੀਚਰ ਨੂੰ ਉਸ ਕਲਾਸਰੂਮ ਨੂੰ ਬੱਚੇ ਦੇ ਘਰ ਤੱਕ ਬ੍ਰੌਡਕਾਸਟ ਕਰ ਦਿੱਤਾ। ਸਮਝ ਲਓ ਬੱਚਾ ਚਾਹੇ ਉਹ ਕਲਾਸਰੂਮ 'ਚ ਬੈਠਾ ਸੀ ਜਾਂ ਆਪਦੇ ਬੈਡਰੂਮ 'ਚ ਬੈਠਾ ਸੀ, ਉਹ 'ਚ ਕੋਈ ਡਿਫਰੈਂਸ ਨਹੀਂ ਸੀ। ਉੱਦਾਂ ਹੀ ਉਹ ਟੀਚਰਸ ਦੇ ਨਾਲ ਇੰਟਰੈਕਟ ਕਰ ਸਕਦਾ ਸੀ, ਉਸੇ ਤਰ੍ਹਾਂ ਹੀ ਉਹ ਪੜ੍ਹ ਸਕਦਾ ਸੀ। ਜਿਵੇਂ ਸਵੇਰੇ ਮਾਰਨਿੰਗ ਜਿਹੜੀ ਹੈਗੀ ਆ ਤੁਹਾਡੀ ਇੱਕ ਪ੍ਰੈਜ਼ੈਂਟ ਮਾਰਕ ਹੁੰਦੀ, ਉਸੇ ਤਰੀਕੇ ਨਾਲ ਹਾਜ਼ਰੀ ਲੱਗਦੀ ਸੀ, ਉਸੇ ਤਰੀਕੇ ਦੇ ਨਾਲ ਫਿਰ 4 ਜਾਂ 5 ਪੀਰੀਅਡਾਂ ਤੋਂ ਬਾਅਦ ਜਿਹੜੀ ਸੀ ਬ੍ਰੇਕ ਦਿੱਤੀ ਜਾਂਦੀ ਸੀ। ਸਾਰਾ ਸਿਸਟਮ ਉਸੇ ਤਰ੍ਹਾਂ ਸੀ, ਪਰ ਉਹਦੇ ਵਿੱਚ ਇਹ ਸੀ ਕਿ ਸਾਡੇ ਕੋਲੇ ਇਸ ਚੀਜ਼ ਦੀ ਜਿਹੜੀ ਆਪਾਂ ਕਹਿੰਦੇ ਬਲੈਸਿੰਗ ਆਫ ਗੋਡ ਸੀ ਕਿ ਸਾਡੇ ਕੋਲੇ ਉਹ ਇਨਫਰਾਸਟਰਕਚਰ ਪਹਿਲਾਂ ਹੀ ਤਕਰੀਬਨ ਤਿਆਰ ਸੀਗਾ, ਔਰ ਜਿੰਨਾ ਕੁ ਸਾਡੇ ਕੋਲੇ ਹੋਰ ਕਰਨ ਦੀ ਲੋੜ ਸੀ ਅਸੀਂ ਤੁਰੰਤ ਕਰ ਲਿਆ। ਜਿਵੇਂ ਕਿ ਆਪਾਂ ਕਹਿੰਦੇ ਕਿ ਬਹੁਤ ਵੱਡਾ ਹਾਈ ਸਪੀਡ ਇੰਟਰਨੈਟ ਚਾਹੀਦਾ ਸੀ, ਉਹ ਸਾਡੇ ਕੋਲ ਪਹਿਲਾਂ ਹੀ ਮੌਜੂਦ ਸੀ। ਬਹੁਤ ਸਾਰੇ ਲੈਪਟਾਪ ਚਾਹੀਦੇ, ਉਹ ਸਾਡੇ ਕੋਲ ਪਹਿਲਾਂ ਹੀ ਮੌਜੂਦ ਸਨ। ਔਰ ਜੋ ਸਾਨੂੰ ਹੋਰ ਟੈਕਨੀਕਸ ਜਿਹੜੀਆਂ ਚਾਹੀਦੀਆਂ ਸੀ, ਜਿੱਦਾਂ ਉਹਨੂੰ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਲੈਕਚਰ ਨੂੰ ਪਾਉਣਾ ਹੈ ਜਾਂ ਵੈਬਸਾਈਟ ਦੇ ਉੱਤੇ ਬ੍ਰੌਡਕਾਸਟ ਪੈਰਲਲ ਕਰਨਾ ਹੈ, ਕਿਉਂਕਿ ਕਈ ਤਰ੍ਹਾਂ ਦੇ ਚੈਲੰਜਸ ਆਉਂਦੇ ਨੇ। ਹੁਣ ਕਈ ਵਾਰੀ ਇੱਕ ਘਰ ਦੇ ਵਿੱਚੋਂ 2 ਸਿਬਲਿੰਗਸ ਆ ਰਹੇ ਨੇ, 3 ਸਿਬਲਿੰਗਸ ਆ ਰਹੇ ਨੇ, ਅਤੇ ਉਹਨਾਂ ਦੀ ਕੰਪਲੇਂਟ ਹੁੰਦੀ ਸੀ ਕਿ ਸਾਡੇ ਕੋਲ ਤਾਂ ਜੀ ਇਕੁਇਪਮੈਂਟ ਇੱਕੋ ਹੀ ਆ, ਗੈਜਟ ਸਾਡੇ ਕੋਲ ਇੱਕੋ ਹੀ ਆ, ਅਤੇ ਪੈਰਲਲ ਕਲਾਸਿਸ ਚੱਲ ਰਹੀਆਂ ਨੇ। ਜੇ ਇੱਕ ਬੱਚਾ ਲਾਏਗਾ ਦੋਨਾਂ ਦੀ ਮਿਸ ਹੋ ਜਾਏਗੀ, ਜਾਂ 2 ਬੱਚੇ ਨੇ ਇੱਕ ਲਾਏਗਾ ਤਾਂ ਇੱਕ ਦੀ ਮਿਸ ਹੋ ਜਾਏਗੀ। ਤਾਂ ਫਿਰ ਅਸੀਂ ਉਹ ਕੀ ਕਰਦੇ ਸੀ, ਉਹ ਨਾਲ ਇੱਕ ਵੈਬਸਾਈਟ ਦੇ ਉੱਤੇ ਉਹਨੂੰ ਬ੍ਰੌਡਕਾਸਟ ਕਰਦੇ ਸੀ। ਉੱਥੇ ਉਹ ਲੈਕਚਰ ਜਿਹੜਾ ਫੋਰਐਵਰ ਸੇਵ ਹੋ ਜਾਂਦਾ ਸੀ। ਇੱਕ ਬੱਚਾ ਉਸੇ ਗੈਜਟ ਦੇ ਨਾਲ ਪਹਿਲਾਂ ਕਲਾਸਾਂ ਲਾ ਲੈਂਦਾ ਸੀ, ਅਤੇ ਦੂਜਾ ਬੱਚਾ ਉਹੀ ਕਲਾਸਿਸ ਜਿਹੜੀਆਂ ਰਿਕਾਰਡਡ ਸੀਗੀਆਂ ਉਹ ਆਫਟਰਵਰਡਸ ਉਸੇ ਗੈਜਟ ਦੇ ਉੱਤੇ ਉਹ ਦੁਬਾਰਾ ਚਲਾ ਲੈਂਦਾ ਸੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸੀਗੀਆਂ। ਪਰ ਬੜੀ ਮੈਂ ਸਾਰਾ ਸ਼੍ਰੇਆ ਜਿਹੜਾ ਹੈਗਾ ਉਹ ਆਪਣੇ ਸਟਾਫ ਨੂੰ ਵੀ ਦਿੰਦਾ, ਉਹ ਵੀ ਪੂਰੇ ਪੱਬਾਂ ਭਾਰ ਰਹੇ ਹਨ ਉਹ ਇਸ ਕਰੋਨਾ ਦੇ ਵਿੱਚ, ਔਰ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਲੈਵਲ ਦੀ ਜਿਹੜੀ ਐਜੂਕੇਸ਼ਨ ਸੀ ਉਹ 'ਚ ਵੀਕਨੈਸ ਨਹੀਂ ਆਉਣ ਦਿੱਤੀ, ਔਰ ਮਿਆਰ ਨੂੰ ਡਿੱਗਣ ਨਹੀਂ ਦਿੱਤਾ। ਔਰ ਲਗਾਤਾਰ ਜਿਹੜਾ ਸੀਗਾ, ਚਾਹੇ ਆਨਲਾਈਨ ਟੈਸਟ ਹੋਣ, ਆਨਲਾਈਨ ਐਜੂਕੇਸ਼ਨ ਹੋਵੇ, ਆਨਲਾਈਨ ਰਿਜ਼ਲਟ ਡਿਕਲੇਅਰ ਕਰਨੇ ਹੋਣ, ਉਹ ਬਿਲਕੁਲ ਆਪਣੀ ਐਫਰਟਸ ਕਰਦੇ ਰਹੇ। ਸਰ, ਜਿਸ ਤਰੀਕੇ ਦੇ ਨਾਲ ਅੱਜ
ਪੰਜਾਬ ਦੇ ਵਿੱਚ ਇਹ ਗੱਲ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਵੀਜ਼ਾਜ਼ ਨਹੀਂ ਲੱਗ ਰਹੇ ਕੀ ਕਹਿਣਾ ਚਾਹੋਗੇ ਕਿ BBS ਇੱਕ ਐਸਾ ਨਾਮ ਹੈ ਜਿੱਥੇ ਅੱਜ ਵੀ ਵੀਜ਼ਾਜ਼ ਲੱਗ ਰਹੇ ਹੈ ਔਰ ਕੋਈ ਐਸੀ ਪ੍ਰੋਬਲਮ ਨਹੀਂ ਹੈ? ਕੀ ਕਹਿਣਾ ਚਾਹੋਗੇ ਕਿ ਕਿਵੇਂ ਮਤਲਬ BBS ਹੈ ਜਿਹੜੀ ਕਿ ਇਹ ਉਹੀ ਫਾਈਲਾਂ ਪਕੜਦੀ ਹੈ ਜਿਹਦੇ 'ਚ ਕੌਨਫੀਡੈਂਸ ਹੁੰਦਾ ਕਿ ਵੀਜ਼ਾਜ਼ ਲੱਗ ਜਾਣਗੇ? ਕੀ ਕਾਰਨ ਇਹਦਾ? ਦੇਖੋ ਸਰ, ਇਹਦੇ 'ਚ ਕੋਈ ਲੰਬਾ ਚੌੜਾ ਇਹਦੇ ਵਿੱਚ ਕੋਈ ਸਿਸਟਮ ਨਹੀਂ ਹੈ। ਇਹਦੇ ਵਿੱਚ ਸਿਰਫ ਇੰਨੀ ਹੀ ਗੱਲ ਹੈਗੀ ਆ ਕਿ ਇੱਕ ਜਿਹੜੀ ਅਸੈਸਮੈਂਟ ਹੈਗੀ, ਪਹਿਲਾਂ ਤੁਸੀਂ ਕੈਂਡੀਡੇਟ ਦੀ ਜਿਹੜੀ ਫਾਈਲ ਦੀ ਅਸੈਸਮੈਂਟ ਕਰਨੀ ਹੈ ਕਿ ਬੱਚੇ ਦੇ ਅਕੈਡਮਿਕਸ ਕੀ ਨੇ ਔਰ ਬੱਚੇ ਦਾ ਆਇਲਟ ਸਕੋਰ ਕੀ ਹੈ ਜਾਂ PTE ਸਕੋਰ ਕੀ ਹੈ। ਉਸੇ ਬੇਸ ਦੇ ਉੱਤੇ ਹੀ ਉਹਦਾ ਜਿਹੜਾ ਹੈ ਆਫਰ ਲੈਟਰ ਅਰੇਂਜ ਹੋਣਾ ਹੈ ਔਰ ਆਫਰ ਲੈਟਰ ਅਰੇਂਜ ਹੋਣ ਤੋਂ ਬਾਅਦ ਉਹਦੇ ਗਾਂ ਵੀਜ਼ਾ ਦੇ ਚਾਂਸਸ ਕਿੰਨੇ ਨੇ। ਸੋ ਜਿਹੜੀਆਂ ਫਾਈਲਸ ਵੀਕਸ ਨੇ ਜਾਂ ਕਿਸੇ ਦਾ ਸਕੋਰ ਘੱਟ ਆ ਆਇਲਟਸ ਦੇ ਵਿੱਚ, ਉਹਨੂੰ ਕਿਹਾ ਜਾਂਦਾ ਤੁਸੀਂ ਆਪਣਾ ਆਇਲਟ ਸਕੋਰ ਜਿਹੜਾ ਹੈ ਇੰਪਰੂਵ ਕਰ ਲਓ, ਅਦਰਵਾਈਜ਼ ਯੂ ਵਿਲ ਬੀ ਇਨ ਅ ਡਿਫਿਕਲਟ ਟਾਈਮ। ਕਿਉਂਕਿ ਕਾਰਨ ਹੈ ਵੀ ਇੱਕ ਵਾਰ ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਫਿਰ ਉਹ ਦੁਬਾਰਾ ਲੱਗਣਾ ਬੜਾ ਔਖਾ ਹੈ। ਦੂਸਰੀ ਗੱਲ ਇਹੀ ਹੈ ਕਿ ਬੱਚਿਆਂ ਨੂੰ ਜਿਵੇਂ ਸਾਡਾ ਆਇਲਟ ਸੈਂਟਰ ਹੈ, PT ਸੈਂਟਰ ਹੈ, ਤੁਸੀਂ ਉਸ ਲੈਵਲ ਦੀ ਇੱਕ ਤਿਆਰੀ ਕਰਵਾਉਂਦੇ ਆ ਕਿ ਜਿਹੜੇ ਬੱਚਿਆਂ ਦੇ ਸਕੋਰ ਉਸ ਲੈਵਲ ਤੱਕ ਆਉਣ ਤਾਂ ਕਿ ਉਹਨਾਂ ਨੂੰ ਕੋਈ ਜਿਹੜਾ ਹੈਗਾ ਵੀਜ਼ਾ ਨੂੰ ਸਕੋਰ ਕਰਨਾ ਈਜ਼ੀ ਹੋ ਜਾਵੇ। ਤੀਸਰਾ ਪੁਆਇੰਟ ਜਿਹੜਾ ਹੈਗਾ ਉਹ ਇਹ ਹੈ ਕਿ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਉਹੋ ਜਿਹੇ ਕਾਲਜਸ ਵਿੱਚ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਕਿ ਇੱਕ ਚੰਗੀ ਉਹਨਾਂ ਦਾ ਨਾਮ ਹੈ ਔਰ ਉਹਨਾਂ ਦੇ ਨਾਲ ਜਿਹੜਾ ਹੈਗਾ ਵੀਜ਼ਾ ਸਕੋਰ ਕਰਨਾ। ਜੇ ਹੁਣ ਤੁਸੀਂ ਇੱਕ ਨਾਰਮਲ ਕਾਲਜ ਦੇ ਵਿੱਚੋਂ ਇੱਕ ਆਫਰ ਲੈਟਰ ਲੈਂਦੇ ਹੋ ਔਰ ਇੱਕ ਪ੍ਰੋਮੀਨੈਂਟ ਕਾਲਜ ਦੇ ਵਿੱਚੋਂ ਆਫਰ ਲੈਟਰ ਲੈਂਦੇ ਹੋ, ਉਹਨਾਂ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂਕਿ ਜਿਹੜਾ ਇੱਕ ਰੈਪੂਟੇਡ ਕਾਲਜ ਹੈਗਾ ਉਹਦਾ ਵੀਜ਼ਾ ਐਮਬੈਸੀ ਨੂੰ ਰਿਫਿਊਜ਼ ਕਰਨਾ ਬਹੁਤ ਔਖਾ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਵੀਜ਼ਾ ਜਿਹੜਾ ਹੈਗਾ ਸਾਨੂੰ ਗ੍ਰਾਂਟ ਕਰਨਾ ਹੀ ਪਏਗਾ। ਜੇ ਐਜੋ ਕਿਤੇ ਤਰੀਕੇ ਨਾਲ ਉਹਨੂੰ ਰਿਫਿਊਜ਼ ਕਰਦੇ ਵੀ ਨੇ ਤਾਂ ਫਿਰ ਨੈਕਸਟ ਟਾਈਮ ਅਪਲਾਈ ਦੇ ਵਿੱਚ ਉਹਨੂੰ ਦੇਣਾ ਪਏਗਾ। ਉਹਦਾ ਰੀਜ਼ਨ ਇਹ ਹੈ ਕਿ ਜਿੱਥੇ ਸਕੋਰਿੰਗ ਅੱਛੀ ਹੈ, ਮਾਰਕਸ ਉਹਦੇ ਅਸੈਸਮੈਂਟ ਦੇ ਵਿੱਚ ਪੂਰੇ ਬਣਦੇ ਪਏ ਨੇ, ਅੱਛੀ ਯੂਨੀਵਰਸਿਟੀ ਦਾ ਕਾਲਜ ਦਾ ਕੋਈ ਆਫਰ ਲੈਟਰ ਹੈ, ਉਹਦਾ ਵੀਜ਼ਾ ਲੱਗਣਾ ਹੀ ਲੱਗਣਾ ਹੈ। ਸੋ ਮੇਨ ਇਹਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਹੈ। ਇਹਦੇ ਵਿੱਚ ਮੇਨ ਗੱਲ ਇਹ ਹੈਗੀ ਕਿ ਬੱਚਿਆਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਸਟੈਂਡਰਡ ਹੈਗਾ ਉਹ ਕਿਸ ਲੈਵਲ 'ਤੇ ਅਸੀਂ ਖੜ੍ਹੇ ਹਾਂ, ਉਸੇ ਲੈਵਲ ਦੇ ਮੁਤਾਬਕ ਜਿਹੜੇ ਹੈ ਵੀਜ਼ਾ ਜਿਹੜੇ ਹੈ ਗ੍ਰਾਂਟ ਹੁੰਦੇ ਨੇ। ਸੈਣੀ ਸਾਹਿਬ, ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਪਲੱਸ ਦੇ ਦਰਸ਼ਕ ਔਰ ਇਹ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੱਕ ਸਾਰੇ ਜਿਹੜਾ ਹੈਗਾ ਫਾਸਟਵੇਵ ਕੇਬਲ ਦੇ 142 ਨੰਬਰ ਚੈਨਲ ਦੇ ਉੱਤੇ ਜਾ ਰਿਹਾ ਹੈਗਾ। ਸੈਣੀ ਸਾਹਿਬ, ਕੀ ਕਹਿਣਾ ਚਾਹੋਗੇ? ਕੀ ਧਿਆਨ ਰੱਖਣ ਪੇਰੈਂਟਸ, ਕਿਉਂਕਿ ਪੇਰੈਂਟਸ ਫਿਰ ਵੀ ਕਿਸੇ ਨਾ ਕਿਤੇ ਆ ਕੇ ਨੋ ਡਾਊਟ ਕਿ ਅੱਜ ਕੱਲ੍ਹ ਵੈਬਸਾਈਟਸ ਤੋਂ ਬੰਦਾ ਅਤੇ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਨੈੱਟ ਦਾ ਮਾਧਿਅਮ ਜਿਹੜਾ ਹੈਗਾ, ਹੋਰ ਕੀ ਧਿਆਨ ਰੱਖਿਆ ਜਾਵੇ ਕਿ ਜਿਹਦੇ ਨਾਲ ਉਹ ਕਿਸੇ ਵੀ ਗਲਤ ਚੀਜ਼ ਦਾ ਸ਼ਿਕਾਰ ਨਾ ਹੋਣ? ਦੇਖੋ ਜੀ, ਇਹਦੇ ਵਿੱਚ ਸਭ ਤੋਂ ਵੱਡੀ ਅਵੇਅਰਨੈਸ ਤਾਂ ਇਹ ਹੈ ਜਿਹੜਾ ਕੈਂਡੀਡੇਟ ਹੈ ਔਰ ਉਸ ਨੂੰ ਚਾਹੀਦਾ ਹੈ ਕਿ ਆਪਣਾ ਜੋ ਵੀ ਉਹਦੇ ਅਸੈਸਮੈਂਟ ਹੈਗੀ ਹੈ ਉਹ ਇੱਕ ਅੱਛੀ ਸੰਸਥਾ ਕੋਲੋਂ ਕਰਵਾਵੇ ਔਰ ਉਸ ਦੇ ਮੁਤਾਬਕ ਹੀ ਆਪਣਾ ਪਲਾਨ ਕਰੇ। ਉਹਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਕਿ ਇੱਕ ਕੀ ਫੈਕਟਰਸ ਨੇ, ਜਿਹੜੀ ਸਟੱਡੀ ਮੰਨ ਲਓ ਤੁਸੀਂ ਗ੍ਰੇਡ 12 ਦੇ ਵਿੱਚ ਕੀਤੀ ਹੈ, ਚਾਹੇ ਉਹ ਆਰਟਸ ਨਾਲ ਸੰਬੰਧਿਤ ਹੈ, ਚਾਹੇ ਮੈਡੀਕਲ ਨਾਲ ਸੰਬੰਧਿਤ ਹੈ, ਚਾਹੇ ਨਾਨ ਮੈਡੀਕਲ ਨਾਲ ਸੰਬੰਧਿਤ ਹੈ, ਚਾਹੇ IT ਨਾਲ ਸੰਬੰਧਿਤ ਹੈ, ਉਹਦੇ ਮੁਤਾਬਕ ਹੀ ਉਹਨੇ ਕੋਰਸ ਸਿਲੈਕਟ ਕਰਨਾ ਹੈ। ਪਹਿਲਾ ਪੁਆਇੰਟ ਤਾਂ ਇਹ ਹੈ। ਜੇ ਉਹਦੇ ਵਿੱਚ ਫਰਕ ਆ ਗਿਆ, ਤੁਸੀਂ ਗ੍ਰੇਡ 12 ਦੇ ਵਿੱਚ ਤੁਸੀਂ ਮੰਨ ਲਓ IT ਵਾਲੇ ਸਬਜੈਕਟਸ ਲਏ ਹੋਏ ਨੇ, ਤਾਂ ਦੂਜੇ ਪਾਸੇ ਤੁਸੀਂ ਜਿਹੜੇ ਸਬਜੈਕਟ ਡਿਫਰੈਂਟ ਫੀਲਡ ਦੇ ਚੁਣ ਲਏ, ਮੰਨ ਲਓ ਕਮਰਸ ਵਾਲੇ ਚੁਣ ਲਏ, ਤਾਂ ਉਹ ਫਿਰ ਜਿਹੜਾ ਵੀਜ਼ਾ ਆਫਿਸਰ ਆ ਉਹ ਦੇਖਦਾ ਕਿ ਇਹ ਤਾਂ ਸਟੱਡੀ ਵਾਲਾ ਕੋਈ ਸਿਸਟਮ ਨਹੀਂ ਲੱਗਦਾ। ਇਹਨਾਂ ਦਾ ਤਾਂ ਕੰਮ ਇਹ ਹੈ ਕਿ ਇਹਨਾਂ ਨੇ ਤਾਂ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦਾ ਪ੍ਰਾਈਮ ਫੋਕਸ PR ਦੇ ਉੱਤੇ ਹੀ ਹੈ। ਨੋ ਡਾਊਟ ਅਸੀਂ ਇਸ ਤੋਂ ਇਨਕਾਰ ਨਹੀਂ ਕਰਦੇ, ਜਿਹੜਾ ਵੀ ਬੱਚਾ ਬਾਹਰ ਜਾ ਰਿਹਾ ਉਹ ਜਾ PR ਦੇ ਲਈ ਹੀ ਜਾ ਰਿਹਾ, ਪਰ ਜਿਹੜਾ ਵੀਜ਼ਾ ਆਫਿਸਰ ਹੈ ਉਹਦੀ ਜਿਹੜੀ ਮਾਈਂਡ ਦੀ ਸਾਈਕੋਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਕੀ ਹੈ ਕਿ ਜਿਹੜੀ ਰਿਲੇਟਡ ਸਟੱਡੀ ਉਹਦੇ ਨਾਲ ਬਣਦੀ ਹੈ ਉਹਦੇ ਵਿੱਚ ਹੀ ਅਪਲਾਈ ਕੀਤਾ ਜਾਣਾ ਚਾਹੀਦਾ। ਦੂਸਰਾ ਪੁਆਇੰਟ ਜਿਹੜਾ ਹੈਗਾ, ਬੱਚਿਆਂ ਨੂੰ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਆਇਲਟ ਸਕੋਰ ਹੈਗਾ, ਜਿੰਨਾ ਤੁਸੀਂ ਉਹਨੂੰ ਉੱਪਰ ਲੈ ਕੇ ਜਾਓਗੇ, ਨੋ ਡਾਊਟ ਓਨਾ ਹੀ ਤੁਹਾਡਾ ਵੀਜ਼ਾ ਸਕੋਰ ਹੋਏਗਾ, ਓਨਾ ਹੀ ਤੁਹਾਨੂੰ ਈਜ਼ੀ ਹੋਏਗਾ PR ਨੂੰ ਸਕੋਰ ਕਰਨਾ। ਕਿਉਂਕਿ ਜਿਹੜੀ ਆਇਲਟਸ ਦਾ ਇੱਕ ਸਕੋਰ ਹੈ ਉਸ ਨੂੰ ਕਾਫੀ ਹੱਦ ਤੱਕ ਜਿਹੜੀਆਂ ਯੂਨੀਵਰਸਿਟੀਜ਼ ਨੇ ਜਾਂ ਇਮੀਗ੍ਰੇਸ਼ਨ ਅਥਾਰਟੀਜ਼ ਨੇ ਉਹ ਵੇਟ ਦਿੰਦੀਆਂ ਨੇ। ਜੇ ਉਹਦਾ ਤੁਹਾਡਾ ਆਇਲਟ ਸਕੋਰ ਅਪ ਹੈ ਤਾਂ ਉਹ ਮੰਨਦੇ ਨੇ ਕਿ ਇੱਕ ਜੈਨੂਨ ਕੈਂਡੀਡੇਟ ਹੈ। ਔਰ ਕਈ ਜਗ੍ਹਾ ਦੇ ਉੱਤੇ ਜਿਹੜਾ ਬੱਚਿਆਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਤੁਸੀਂ ਆਫਰ ਲੈਟਰ ਮੰਗਾਉਣਾ ਉਹਦੇ ਬਾਰੇ ਸਰਚ ਕਰ ਲੈਣ, ਕਿਉਂਕਿ ਅੱਜ ਕੱਲ੍ਹ ਹਰ ਬੱਚੇ ਕੋਲ ਆਪਦਾ ਮਾਧਿਅਮ ਹੈ। ਇੰਟਰਨੈਟ ਤੁਹਾਡੇ ਹੱਥ 'ਚ ਹੈ, ਮੋਬਾਈਲ ਤੁਹਾਡੇ ਹੱਥ 'ਚ ਨੇ ਔਰ ਡੇਟਾਸ ਤੁਹਾਡੇ ਕੋਲ ਹੈਗੇ ਨੇ। ਉਹਨੂੰ ਸਰਚ ਕਰੋ ਜਾ ਕੇ ਇੰਟਰਨੈਟ ਦੇ ਉੱਤੇ ਔਰ ਫਾਈਂਡ ਆਊਟ ਕਰੋ ਕਿਹੜੇ ਗੁੱਡ ਕਾਲਜਸ ਨੇ, ਯੂਨੀਵਰਸਿਟੀ ਨੇ ਜਿਹੜੇ ਡੈਪਿਊਟਡ ਨੇ। ਔਰ ਡੈਫੀਨੇਟਲੀ ਜੇ ਤੁਸੀਂ ਉੱਥੋਂ ਅਰੇਂਜ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ, ਤੁਹਾਡੀਆਂ ਅਥਾਰਟੀਜ਼ ਜਿਨ੍ਹਾਂ ਨਾਲ ਤੁਸੀਂ ਇੰਗੇਜਡ ਹੋ, ਚਾਹੇ ਉਹ ਇਮੀਗ੍ਰੇਸ਼ਨ ਸਰਵਿਸਿਜ਼ ਨੇ ਜਾਂ ਤੁਹਾਡੇ ਕੋਈ ਸੱਜਣ ਮਿੱਤਰ ਨੇ ਜਾਂ ਤੁਸੀਂ ਆਪ ਜਿਹੜਾ ਹੈਗਾ ਉਹਨੂੰ ਅਰੇਂਜ ਕਰ ਰਹੇ ਹੋ, ਤਾਂ ਤੁਸੀਂ ਉਸ ਹੀ ਯੂਨੀਵਰਸਿਟੀ ਜਾਂ ਕਾਲਜ ਨੂੰ ਪਕੜੋ ਜਿਹਦੀ ਇੱਕ ਰੈਪੂਟੇਸ਼ਨ ਹੈ ਔਰ ਜਿਨ੍ਹਾਂ ਦੀ ਸਕੋਰਿੰਗ ਹੈ।
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੇ ਤੁਹਾਡੇ ਵਰਗੇ ਐਜੂਕੇਸ਼ਨਿਸਟ ਜਿਹੜੇ ਸੇਵਾ ਕਰ ਰਹੇ ਨੇ, ਔਰ ਜਿਸ ਤਰੀਕੇ ਨਾਲ ਤੁਹਾਡੇ ਬਾਹਰ ਵੀ ਡੈਲੀਗੇਟਸ ਜਿੱਦਾਂ ਤੁਸੀਂ ਦੱਸਿਆ ਕਿ ਅਮਰੀਕਾ ਦੇ ਵਿੱਚ ਵੀ ਔਰ ਕੈਨੇਡਾ ਦੇ ਵਿੱਚ ਵੀ ਲਾਇਰਸ ਬੈਠੇ ਨੇ, ਔਰ ਕਿਸੇ ਤਰ੍ਹਾਂ ਦਾ ਵੀ ਬੱਚਿਆਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ ਰਿਸ਼ੀ ਜੀ, ਔਰ ਮੈਂ ਬੜਾ ਧੰਨਵਾਦੀ ਹਾਂ ਪੰਜਾਬ ਪਲਸ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ, ਔਰ ਮੈਂ ਉਮੀਦ ਕਰਦਾ ਕਿ ਤੁਹਾਡਾ ਚੈਨਲ ਜਿਹੜਾ ਹੈਗਾ ਪਰਮਾਤਮਾ ਅੱਗੇ ਅਰਦਾਸ ਕਰਦਾ ਵਧੇ ਫੁੱਲੇ ਜੀ।